आप लिहो तुम कथा सुधारी। सतनाम श्री वाहिगुरु साहिब जीओ। दोहरा बजो नगारा कूच को, कंपत नृप सुन तीर। मदद होत सेवक सगल, जड़ियो गोबिंद सिंह बीर। वाहिगुरु जी का खालसा वाहिगुरु जी की फतेह। परम सन्मान जोग गुरु की साजी नवाजी होई गुरु खालसा साध संगत आप जी अत्यंत वਡਭਾਗੇ हो। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਪਾਵਨ ਪਵਿੱਤਰ ਕਥਾ ਹਰ ਰੋਜ਼ ਗੁਰੂ ਚਰਨਾਂ 'ਚ ਬੈਠ ਕੇ ਸਰਵਣ ਕਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਨੇ 12 ਦਿਨ ਜਾਂ 13 ਦਿਨ ਸਾਧ ਸੰਗਤ ਜੀ ਟੋਕਾ ਸਾਹਿਬ ਵਾਲੀ ਅਸਥਾਨ 'ਤੇ ਗੁਜ਼ਾਰੇ ਹਨ। ਇੱਥੇ ਰਾਜਾ ਮੇਦਨੀ ਪ੍ਰਕਾਸ਼ ਨੇ ਕਹਿ ਘੱਲਿਆ ਸੀ, ਮਹਾਰਾਜ ਮੈਂ ਆਪ ਦੇ ਦਰਸ਼ਨਾਂ ਲਈ ਆਉਣਾ ਚਾਹੁੰਦਾ ਹਾਂ, ਪਰ ਸਰਕਾਰੀ ਕੰਮਾਂ ਕਾਰਾਂ ਕਰਕੇ ਦੇਰੀ ਹੋ ਰਹੀ ਹੈ। ਬਾਅਦ ਵਿੱਚ ਆਪਣੇ ਪ੍ਰਧਾਨ ਨੂੰ ਭੇਜਣ ਦੀ ਜਦੋਂ ਸਲਾਹ ਕਰ ਲਈ ਤਾਂ ਸਤਿਗੁਰੂ ਜੀ ਨੇ ਤਾੜਨਾ ਭਰੇ ਸ਼ਬਦ ਕਹਿ ਕੇ ਕਿ ਰਾਜਾ ਤੂੰ ਆਪਣੇ ਪ੍ਰਧਾਨ ਨੂੰ ਵੀ ਆਪਣੇ ਕੋਲ ਰੱਖ, ਅਸੀਂ ਤੈਨੂੰ ਉਡੀਕਿਆ ਹੈ, ਹੁਣ ਤੈਨੂੰ ਅਸੀਂ ਦਰਸ਼ਨ ਨਹੀਂ ਦੇਣੇ ਦੇ ਚਾਲਾ ਪਾ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਸਤੇ ਵਿੱਚ ਅਨੇਕਾਂ ਨਗਰਾਂ ਵਿੱਚ ਚਰਨ ਪਾਏ ਹਨ। ਸਾਧ ਸੰਗਤ ਜੀ ਮਾਣਕ ਟਬਰਾ, ਰਾਣੀ ਕਾ ਰਾਏਪੁਰ, ਜਿੱਥੋਂ ਦੀ ਰਾਣੀ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਸ ਤੋਂ ਫਿਰ ਚਾਲਾ ਪਾ ਕੇ ਅੱਗੇ ਮਹਾਰਾਜ ਕਿਸ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਵੱਲ ਜਾ ਰਹੇ ਨੇ। ਰਸਤੇ ਵਿੱਚ ਨਾਢਾ ਸਾਹਿਬ, ਟੋਡਾ ਸਾਹਿਬ, ਨਾਢਾ ਸਾਹਿਬ ਅਤੇ ਫਿਰ ਢਕੌਲੀ ਸਾਹਿਬ, ਇਹ ਅਸਥਾਨਾਂ 'ਤੇ ਵੀ ਚਰਨ ਪਏ ਹਨ। ਮਹਾਰਾਜ ਕੀਰਤਪੁਰ ਸਾਹਿਬ ਵੱਲ ਜਾਣਗੇ, ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਜੋ ਨਗਾਰਾ ਕੂਚ ਕੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਫੌਜਾਂ ਨੇ ਚਾਲੇ ਦਾ ਨਗਾਰਾ ਵਜਾ ਦਿੱਤਾ ਹੈ। ਕੰਪਤ ਨ੍ਰਿਪ ਸੁਨ ਤੀਰ। ਸੁਣ ਕੇ ਰਾਜੇ ਭੈ ਭੀਤ ਹੋਏ ਹਨ, 22 ਧਾਰ ਦੇ ਰਾਜੇ। ਮਦਦ ਹੋਤ ਸੇਵਕ ਸਕਲ। ਔਰ ਸਾਧ ਸੰਗਤ ਜੀ ਜਿਹੜੇ ਸੇਵਕ ਹਨ ਉਹ ਖੁਸ਼ ਹੁੰਦੇ ਹਨ, ਜਿਹੜੇ ਗੁਰੂ ਘਰ ਦੇ ਦੁਖੀ ਹਨ ਉਹ ਦੁਖੀ ਹੁੰਦੇ ਹਨ। ਚੜਿਓ ਗੋਬਿੰਦ ਸਿੰਘ ਬੀਰ। ਮਹਾਬਲੀ ਸੂਰਬੀਰ ਯੋਧੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਖਾਲਸੇ ਦਾ ਦਲ ਜਾ ਰਿਹਾ ਹੈ। ਨਿਸ਼ਾਨੀ ਛੰਦ ਸੈਨ ਸੰਗ ਓਰੜ ਚਲੀ, ਨਭ ਮਹਿਰਜ ਛਾਈ। ਮਹਾਰਾਜ ਦੀਆਂ ਫੌਜਾਂ ਜਦੋਂ ਚੜ੍ਹੀਆਂ ਹਨ ਤੇ ਆਕਾਸ਼ ਦੇ ਵਿੱਚ ਸਾਧ ਸੰਗਤ ਜੀ ਬੱਦਲ ਛਾ ਗਏ ਹਨ। ਬੜਾ ਭਾਰੀ, ਬਹੁਤ ਜ਼ਿਆਦਾ ਗਰਦ ਗੁਬਾਰ ਹੋ ਗਿਆ ਹੈ। ਮਿਲੇ ਗ੍ਰਾਮ ਦੇ ਪੇਟ ਕੋ, ਲੈ ਦਰਸ਼ਨ ਪਾਈ। ਔਰ ਪਿੰਡਾਂ ਦੇ ਲੋਕ ਭੇਟਾ ਲੈ ਕੇ ਸਤਿਗੁਰੂ ਜੀ ਨੂੰ ਮਿਲਦੇ ਹਨ ਤੇ ਮਹਾਰਾਜ ਦੇ ਦਰਸ਼ਨ ਕਰਦੇ ਹਨ। ਦੇਤ ਰਜਤ ਪਨ ਕੋ ਤਦੀ, ਕੋ ਘਟ ਪਰ ਪੈ ਕੇ। ਕੋਈ ਸਾਧ ਸੰਗਤ ਜੀ ਮਾਇਆ ਭੇਟਾ ਕਰਦਾ ਹੈ, ਕੋਈ ਦੁੱਧ ਦਾ ਚਾਟਾ ਲੈ ਕੇ ਆਉਂਦਾ ਹੈ, ਕੋਈ ਦਹੀਂ ਦੀ ਚਾਟੀ ਭਰ ਕੇ ਭੇਟਾ ਕਰਦਾ ਹੈ। ਕੋ ਆਨਤ ਮਿਸ਼ਟਾਨ ਕੋ, ਪਗ ਸੀਸ ਲੱਗੈ ਕੋ। ਰਸਤੇ ਦੇ ਲੋਕ ਕੋਈ ਮਿੱਠਾ ਲੈ ਕੇ, ਗੁੜ ਲੈ ਕੇ, ਕੋਈ ਸ਼ੱਕਰ ਲੈ ਕੇ, ਕੋਈ ਲੰਗਰ ਵਾਸਤੇ ਰਸਤਾਂ ਬਸਤਾਂ, ਘੋੜਿਆਂ ਲਈ ਘਾਹ ਪੱਠਾ ਲੈ ਕੇ ਮਿਲਦੇ ਹਨ। ਪਾਕ ਹੈ ਸੁਜਸ ਪ੍ਰਤਾਪ ਕੋ, ਪ੍ਰਭ ਕੇਰ ਬਿਸਾਲਾ। ਮਹਾਰਾਜ 10ਵੇਂ ਪਾਤਸ਼ਾਹ ਕਲਗੀਧਰ ਦਾ ਮਹਾਨ ਜਸ ਕਥਨ ਕਰਦੇ ਹਨ, ਮਹਾਰਾਜ ਦੇ ਪ੍ਰਤਾਪ ਬਾਰੇ ਗੱਲਾਂ ਕਰਦੇ ਹਨ। ਰਹੇ ਹਜ਼ਾਰ ਹੋ ਬੰਦਨਾ, ਜਿਤ ਦ੍ਰਿਸ਼ਟ ਕਿਰਪਾਲਾ। ਹਜ਼ਾਰਾਂ ਲੋਕ ਮਹਾਰਾਜ ਨੂੰ ਨਮਸਕਾਰਾਂ ਕਰਦੇ ਹਨ, ਬੰਦਨਾ ਕਰਦੇ ਹਨ। ਜਿੱਧਰ ਵੀ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪੈਂਦੀ ਹੈ, ਮਹਾਰਾਜ ਸੰਗਤਾਂ ਨੂੰ ਨਿਹਾਲ ਕਰੀ ਜਾਂਦੇ ਹਨ। ਦਿਨ ਮਹਿ ਗਮਨਤ ਪੰਥ ਕੋ, ਬੜ ਕਾਮ ਥਿਰੰਤੇ। ਸਾਧ ਸੰਗਤ ਜੀ ਰਸਤੇ ਵਿੱਚ ਦਿਨੇ ਮਹਾਰਾਜ ਚੱਲਦੇ ਹਨ। ਜਦੋਂ ਗਰਮੀ ਜ਼ਿਆਦਾ ਹੋ ਜਾਂਦੀ ਹੈ, ਜਦੋਂ ਧੁੱਪ ਹੋ ਜਾਂਦੀ ਹੈ, ਉਸ ਵੇਲੇ ਮਹਾਰਾਜ ਟਿਕਾ ਕਰ ਲੈਂਦੇ ਹਨ ਤੇ ਜਦੋਂ ਠੰਡਾ ਸਮਾਂ ਹੁੰਦਾ ਹੈ ਫਿਰ ਚਾਲੇ ਪਾ ਦਿੰਦੇ ਹਨ। ਬਸ ਹੈ ਤਹਾ ਪੁਨ ਜਾਮਨੀ, ਬਿਸਰਾਮ ਕਰਨ ਤੇ। ਜਿੱਥੇ ਦੁਪਹਿਰਾ ਹੁੰਦਾ ਉੱਥੇ ਹੀ ਪੜਾਅ ਕਰ ਲੈਂਦੇ ਨੇ, ਫਿਰ ਰਾਤ ਵੀ ਉੱਥੇ ਰਹਿੰਦੇ ਨੇ। ਅਗਲੇ ਦਿਨ ਸਵੇਰੇ ਠੰਡੇ ਠੰਡੇ ਸਫ਼ਰ ਮੁਕਾ ਲੈਂਦੇ ਨੇ ਸਤਿਗੁਰੂ ਜੀ। ਦਿਨ ਪ੍ਰਤ ਇਮ ਕਰ ਕੂਚ ਕੋ, ਮਗ ਉਲੰਘਿਓ ਸਾਰਾ। ਇਸ ਤਰ੍ਹਾਂ ਮਹਾਰਾਜ ਜੀ ਨੇ ਪੜਾਉ ਪੜਾਈ ਸਾਰਾ ਪੈਂਡਾ ਤੈਅ ਕੀਤਾ ਹੈ।
ਘੋੜਿਆਂ ਉੱਤੇ, ਗੱਡਿਆਂ ਉੱਤੇ, ਰੇਹੜਿਆਂ ਉੱਤੇ ਸਤਿਗੁਰੂ ਜੀ ਦਾ ਦਲ ਸ੍ਰੀ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਹੈ। श्री कीरतपुर तीर मह डेरा निज डारा। ਜਦੋਂ ਸ੍ਰੀ ਕੀਰਤਪੁਰ ਸਾਹਿਬ ਜੀ ਦੇ ਨੇੜੇ ਪਹੁੰਚੇ ਹਨ, ਰਸਤੇ ਵਿੱਚ ਬਹੁਤ ਸਾਰੇ ਨਗਰਾਂ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸੇ ਜੀ ਕੀਤਾ ਹੈ, ਜਿਨ੍ਹਾਂ ਵਿੱਚੋਂ ਟੋਡਾ ਗ੍ਰਾਮ ਦਾ ਜ਼ਿਕਰ ਹੈ। ਅੱਜ ਕੱਲ੍ਹ ਉੱਥੇ ਗੁਰਦੁਆਰਾ ਟੋਡਾ ਸਾਹਿਬ ਮੌਜੂਦ ਹੈ। ਫਿਰ ਢਕੌਲੀ ਦੇ ਵਿੱਚ ਬੌਲੀ ਸਾਹਿਬ ਗੁਰਦੁਆਰਾ, ਜੋ ਅੱਜ ਕੱਲ੍ਹ ਜੀਰਕਪੁਰ ਸਾਹਿਬ ਦੇ ਬਿਲਕੁਲ ਨੇੜੇ ਹੈ। ਔਰ ਸਾਧ ਸੰਗਤ ਜੀ ਫਿਰ ਅੱਗੇ ਰੋਪੜ ਦੇ ਲਾਗੇ ਸਦਾਬਰਤ ਗੁਰਦੁਆਰੇ ਦੀ ਵੀ ਦੱਸ ਪੈਂਦੀ ਹੈ ਵੀ ਸਤਿਗੁਰੂ ਜੀ ਸਦਾਬਰਤ ਵੀ ਪੜਾਅ ਕੀਤਾ ਸੀ। ਸਦਾਬਰਤ ਐਸਾ ਗੁਰਦੁਆਰਾ ਹੈ ਜਿੱਥੇ 6ਵੇਂ ਪਾਤਸ਼ਾਹ, 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ ਦੇ ਚਰਨ ਪਏ ਹਨ। ਉੱਥੋਂ ਚੱਲ ਕੇ ਫਿਰ ਕੀਰਤਪੁਰ ਸਾਹਿਬ ਵੱਲ ਗਏ ਹਨ। ਕੀਰਤਪੁਰ ਸਾਹਿਬ ਨੇੜੇ ਆ ਗਿਆ ਤਾਂ ਮਹਾਰਾਜ ਨੇ ਡੇਰਾ ਕਰ ਲਿਆ ਹੈ। श्री मुख ते फुरमायो बहु करहो कराहू। ਜਦੋਂ ਕੀਰਤਪੁਰ ਸਾਹਿਬ ਪਹੁੰਚੇ ਨੇ, ਉੱਥੇ ਜਾ ਕੇ ਪੜਾਅ ਕੀਤਾ ਹੈ ਤੇ ਆਪਣੇ ਲਾਂਗਰੀ ਸਿੱਖਾਂ ਨੂੰ ਹੁਕਮ ਦਿੱਤਾ ਹੈ ਕਿ ਖੁੱਲਾ ਕੜਾ ਪ੍ਰਸ਼ਾਦ ਤਿਆਰ ਕਰੋ। उतर करियो इशनान को निर्मल जल माहू। ਔਰ ਉੱਥੇ ਸਤਿਗੁਰੂ ਜੀ ਨੇ ਉਤਰਾ ਕਰਕੇ ਨਿਰਮਲ ਸਤਲੁਜ ਦੇ ਜਲ ਵਿੱਚ ਇਸ਼ਨਾਨ ਕੀਤਾ ਹੈ। बंद शीस उशनीक को पुन जगा सजाई। ਦਰਿਆ ਸਤਲੁਜ ਵਿੱਚ ਇਸ਼ਨਾਨ ਕਰਕੇ ਸੀਸ ਦੇ ਉੱਤੇ ਬੜੀ ਸੁੰਦਰ ਦਸਤਾਰ ਸਜਾਈ ਹੈ, ਦੁਮਾਲਾ ਚੜਾਇਆ ਹੈ ਅਤੇ ਫਿਰ ਮੱਥੇ ਤੇ ਬੜੀ ਸੋਹਣੀ ਹੀਰਿਆਂ ਜੜੀ ਜਿਗਾ ਸਜਾਈ ਹੈ। कल की धरी उतंग बर चूलत छब पाई। ਔਰ ਜਿਗਾ ਦੇ ਉੱਪਰ ਫਿਰ ਕਲਗੀ ਬੰਨੀ ਹੈ ਸੱਚੇ ਪਾਤਸ਼ਾਹ ਜੀ ਨੇ। ਜਦੋਂ ਮਹਾਰਾਜ ਦੇ ਸੀਸ ਉੱਤੇ ਕਲਗੀ ਝੂਲਦੀ ਹੈ ਤਾਂ ਸਤਿਗੁਰੂ ਜੀ ਦੀ ਉਹ ਕਲਗੀ ਬੜੀ ਸੋਭਾ ਪਾਉਂਦੀ ਹੈ, ਸਾਰਿਆਂ ਦਾ ਮਨ ਮੋਹ ਲੈਂਦੀ ਹੈ। अब रामा जामा पहर कस कट शमशेरंग। ਬੜਾ ਸੁੰਦਰ ਬਹੁਤ ਕੀਮਤੀ ਚੋਲਾ ਪਹਿਨਿਆ ਹੈ ਅਤੇ ਸ਼ਮਸ਼ੇਰ ਸ੍ਰੀ ਸਾਹਿਬ ਗਾਤਰੇ ਸਜਾਈ ਹੈ। पाथा गर तन कर गहे बन कर शमशेरंग। ਔਰ ਮਹਾਰਾਜ ਸੱਚੇ ਪਾਤਸ਼ਾਹ ਤੀਰਾਂ ਦਾ ਪੱਥਾ ਗਲ ਵਿੱਚ ਤੇ ਧਨੁਸ਼ਬਾਣ ਹੱਥ ਵਿੱਚ ਸਜਾ ਕੇ ਬਨ ਕਰ ਸਮ ਸ਼ੇਰੰਗ, ਬੱਬਰ ਸ਼ੇਰ ਦੀ ਤਰ੍ਹਾਂ ਬਣ ਕੇ ਸੱਚੇ ਪਾਤਸ਼ਾਹ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ ਸੋਭਾ ਪਾ ਰਹੇ ਹਨ। गे पिता माथान को पट संग महाने। ਆਪਣੇ ਦਾਦਾ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਗਮਨ ਦਾ ਜੋ ਸਥਾਨ ਹੈ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀਰਤਪੁਰ ਸਾਹਿਬ ਵਿੱਚ ਅੰਗੀਠਾ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ। ਇੱਥੇ ਹੀ 7ਵੇਂ ਪਾਤਸ਼ਾਹ ਜੀ ਗੁਰੂ ਹਰਿਰਾਏ ਸਾਹਿਬ ਜੀ ਦਾ ਅੰਗੀਠਾ ਵੀ ਹੈ। ਔਰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਤੇ ਬਾਬਾ ਰਾਮ ਰਾਏ ਜੀ ਦਾ ਅੰਗੀਠਾ ਵੀ ਸਾਧ ਸੰਗਤ ਜੀ ਸੰਗਤਾਂ ਲੈ ਕੇ ਇੱਥੇ ਆਈਆਂ ਸਨ। ਸੋ ਉਸ ਜਗ੍ਹਾ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਦਾਦਾ ਜੀ ਦੇ ਸਥਾਨ ਤੇ ਨਮਸਕਾਰ ਕਰਨ ਲਈ ਗਏ ਹਨ। कर जोरी कर बंदना अरदास बखाने। ਹੱਥ ਜੋੜ ਕੇ ਬੰਦਨਾ ਕੀਤੀ ਹੈ, ਮੱਥਾ ਟੇਕਿਆ ਹੈ, ਅਰਦਾਸ ਕੀਤੀ ਹੈ। बैठ लगाए दीवान को दर सत बर बीरंग। ਮਹਾਰਾਜ ਮਹਾਬਲੀ ਸੂਰਬੀਰ ਜੋਧੇ ਆਪਣੇ ਦਾਦਾ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਪਾਤਸ਼ਾਹ ਦੇ ਅਸਥਾਨ ਤੇ ਬੈਠ ਕੇ ਦੀਵਾਨ ਲਾਇਆ ਹੈ ਤੇ ਆਪਣੇ ਗੁਰਦੇਵ ਦਾ ਦਾਦਾ ਜੀ ਦੇ ਅਸਥਾਨ ਦਾ ਦਰਸ਼ਨ ਕਰ ਰਹੇ ਹਨ। आए रबाबी गान कर तुन राग गहीरंग। ਔਰ ਰਬਾਬੀ ਕੀਰਤਨੀਏ ਆ ਗਏ ਨੇ। ਉਹਨਾਂ ਨੇ ਬੜੇ ਸੁੰਦਰ ਰਾਗਾਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕੀਤੇ ਹਨ। ਭਾਈ ਗੁਰਦਾਸ ਜੀ ਦੀ ਬਾਣੀ ਗਾਈ ਹੈ, 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬੋ ਪਰਉਪਕਾਰੀ। ਐਸੇ ਸ਼ਬਦ ਗਾ ਕੇ 6ਵੇਂ ਪਾਤਸ਼ਾਹ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟਾ ਕੀਤੇ ਹਨ। तब पंचामृत बृंद को बरतावन कीना। ਫਿਰ ਕੜਾ ਪ੍ਰਸ਼ਾਦ ਜੀ ਦੀਆਂ ਖੁੱਲੀਆਂ ਦੇਗਾਂ ਤਿਆਰ ਬਰ ਤਿਆਰ ਹੋ ਕੇ ਆਈਆਂ ਹਨ।
ਜੋ ਮਹਾਰਾਜ ਸਤਿਗੁਰੂ ਜੀ 6ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਪਣ ਕਰਕੇ ਭੋਗ ਲਾ ਕੇ ਸੰਗਤਾਂ ਵਿੱਚ ਵਰਤਾਈਆਂ ਗਈਆਂ ਹਨ। ਪੁਰ ਜਨ ਦਰਸ਼ਨ ਦੁਤ ਅਧਿਕ ਸਭਹਿ ਸੋਲੀਨਾ। ਔਰ ਸਾਧ ਸੰਗਤ ਜੀ ਮਹਾਰਾਜ ਦੇ ਕੀਰਤਪੁਰ ਸਾਹਿਬ ਵਾਸੀ ਸਾਰੇ ਸਿੱਖਾਂ ਨੇ ਦਰਸ਼ਨ ਕੀਤੇ ਹਨ। ਕੀਰਤਪੁਰ ਦੀਆਂ ਸੰਗਤਾਂ ਸਾਰੀਆਂ ਹੀ ਗੁਰਦੁਆਰੇ ਪਤਾਲਪੁਰੀ ਇਕੱਠੀਆਂ ਹੋ ਗਈਆਂ ਨੇ, ਜਿੱਥੇ 10ਵੇਂ ਪਾਤਸ਼ਾਹ ਦੀਵਾਨ ਲਾ ਬੈਠੇ ਹਨ। ਸੂਰਜ ਮਲ ਕੇ ਪੁੱਤਰ ਦੋਏ ਹਸ ਹਲ ਸਾਬਤ ਆਏ। ਕਹਿੰਦੇ ਬਾਬਾ ਸੂਰਜ ਮਲ ਜੀ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੂਜੇ ਨੰਬਰ ਦੇ ਸਪੁੱਤਰ ਸਨ। ਵੱਡੇ ਬਾਬਾ ਗੁਰਦਿੱਤਾ ਜੀ ਸਨ, ਉਹਨਾਂ ਤੋਂ ਛੋਟੇ ਬਾਬਾ ਸੂਰਜਮਲ ਜੀ ਸਨ। ਬਾਬਾ ਸੂਰਜਮਲ ਜੀ ਦੇ ਦੋ ਪੋਤਰੇ ਬਾਬਾ ਗੁਲਾਬ ਰਾਏ ਜੀ ਤੇ ਬਾਬਾ ਸ਼ਾਮਦਾਸ ਜੀ। ਬਾਅਦ ਵਿੱਚ ਬਾਬਾ ਗੁਲਾਬ ਸਿੰਘ ਸੋਢੀ ਸ਼ਾਮ ਸਿੰਘ ਕਰਕੇ ਦੋਵੇਂ ਮਹਾਂਪੁਰਸ਼ ਪ੍ਰਸਿੱਧ ਹੋਏ ਹਨ। ਸੋ ਇਹ ਬਾਬਾ ਸੂਰਜਮਲ ਜੀ ਦੇ ਪੋਤਰੇ ਸਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜ ਪੋਤਰੇ ਸਨ। ਇਹ ਦੋਵੇਂ ਹੀ ਬੜੀ ਖੁਸ਼ੀ ਨਾਲ ਆਪਣੇ ਚਾਚਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਸ਼ਨ ਕਰਨ ਲਈ ਆਏ ਹਨ। ਕਰ ਦਰਸ਼ਨ ਗੁਰ ਤਰਨ ਕੋ ਦ੍ਰਿਗ ਕਮਲ ਖਿਰਾਏ। ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦਾ ਫੁੱਲ ਖਿੜ ਜਾਂਦਾ ਹੈ, ਸਤਿਗੁਰੂ ਦੇ ਸੂਰਜ ਵਰਗੇ ਸਰੂਪ ਦੇ ਦਰਸ਼ਨ ਕਰਕੇ ਬਾਬਾ ਜੀ ਬਾਬਾ ਸ਼ਾਮਦਾਸ ਜੀ ਤੇ ਬਾਬਾ ਗੁਲਾਬ ਰਾਏ ਜੀ ਦੇ ਨੇਤਰ ਖਿੜ ਗਏ ਹਨ। ਕੁਸ਼ਲ ਪ੍ਰਸ਼ਨ ਕਰ ਦੁਹਨ ਕੋ ਸਨਮਾਨ ਬਿਠਾਏ। ਗੁਰੂ ਸਾਹਿਬ ਜੀ ਨੇ ਆਪਣੇ ਦੋਹਾਂ ਭਤੀਜਿਆਂ ਨੂੰ ਗੁਲਾਬ ਰਾਏ ਨੂੰ ਤੇ ਸ਼ਾਮ ਰਾਏ ਦਾਸ ਨੂੰ ਆਪਣੇ ਕੋਲ ਬੜੇ ਸਨਮਾਨ ਨਾਲ ਬਿਠਾਇਆ ਹੈ ਤੇ ਪਰਿਵਾਰ ਦਾ ਤੇ ਉਹਨਾਂ ਦੇ ਮਾਤਾ ਜੀ ਦਾ ਤੇ ਦਾਦੀ ਜੀ ਦਾ ਹਾਲ ਚਾਲ ਪੁੱਛਿਆ ਹੈ। ਪ੍ਰਭ ਜੀ ਤੁਮਰੀ ਕਿਰਪਾ ਤੇ ਦਿਨ ਸੁਖੀ ਬਿਤਾਏ। ਬਾਬਾ ਗੁਲਾਬ ਰਾਏ ਜੀ ਤੇ ਬਾਬਾ ਸ਼ਾਮਦਾਸ ਜੀ ਕਹਿੰਦੇ ਹਨ, ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਇਹ ਜਗ੍ਹਾ ਤੇ ਸਾਰੇ ਹੀ ਸੁੱਖ ਹਨ, ਸਾਰੇ ਹੀ ਆਨੰਦ ਹਨ। ਰਹੇ ਪ੍ਰਤੀਖਤ ਆਪ ਕੋ ਅਬ ਆਵਨ ਕੀਨੋ। ਬਸ ਸਾਨੂੰ ਸਿਰਫ ਤੁਹਾਡੇ ਦਰਸ਼ਨਾਂ ਦੀ ਲੋੜ ਸੀ, ਉਡੀਕ ਰਹੇ ਸਾਂ ਕਿ ਕਦੋਂ ਸਤਿਗੁਰੂ ਜੀ ਆ ਕੇ ਦਰਸ਼ਨ ਦੇਣਗੇ। ਬੜੀ ਕਿਰਪਾ ਕੀਤੀ ਹੈ, ਆਪਣੀ ਪਾਵਨ ਪਵਿੱਤਰ ਧਰਤੀ ਤੇ ਵਾਪਸ ਆਏ ਹੋ। ਤੁਮ ਬਿਨ ਚਿਤ ਪਰਚੋ ਨਹੀਂ ਨਿਤ ਸਿਮਰਨ ਲੀਨੋ। ਹਰ ਰੋਜ਼ ਆਪ ਨੂੰ ਯਾਦ ਕਰਦੇ ਸਾਂ, ਆਪ ਜੀ ਤੋਂ ਬਿਨਾਂ ਮਨ ਟਿਕਦਾ ਨਹੀਂ ਸੀ। ਅੱਜ ਨਿਹਾਲ ਹੋ ਗਿਆ ਹੈ ਜਦੋਂ ਆਪ ਜੀ ਦੇ ਦਰਸ਼ਨ ਕਰ ਲਏ ਹਨ। ਮੁਸਕਾਨੇ ਸ੍ਰੀ ਪ੍ਰਭ ਕਹਿਓ ਅਬ ਰਹੀ ਹੈ ਪਾਸਾ। ਹੱਸ ਕੇ ਸਤਿਗੁਰੂ ਕਹਿਣ ਲੱਗੇ, ਹੁਣ ਅਸੀਂ ਤੁਹਾਡੇ ਕੋਲ ਹੀ ਰਵਾਂਗੇ ਤੇ ਤੁਸੀਂ ਵੀ ਸਾਡੇ ਪਾਸ ਸਾਡੇ ਨੇੜੇ ਰਿਹਾ ਜੇ। ਆਨੰਦਪੁਰ ਨਿਜ ਇਸਮ ਕੋ ਕਰ ਹੈ ਬਹੁ ਬਾਸਾ। ਸ੍ਰੀ ਆਨੰਦਪੁਰ ਸਾਹਿਬ ਸਾਡਾ ਜੱਦੀ ਪੁਸਤੈਨੀ ਨਗਰ ਹੈ। ਗੁਰਦੇਵ ਪਿਤਾ ਮਹਾਰਾਜ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਇਆ ਹੈ। ਅਸੀਂ ਉੱਥੇ ਤੁਹਾਡੇ ਕੋਲ ਰਵਾਂਗੇ। ਤੁਸੀਂ ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦੇ ਹੋ, ਤੁਹਾਡੇ ਕੋਲ ਅਸੀਂ ਆਨੰਦਪੁਰ ਸਾਹਿਬ ਰਵਾਂਗੇ। ਆਉਂਦੇ ਜਾਂਦੇ ਮਿਲਦੇ ਗਿਲਦੇ ਰਿਹਾ ਜੇ। ਸੰਧਿਆ ਲਖ ਰਹਿ ਰਾਸ ਕੋ ਪਠ ਸੁਨ ਤਿਸ ਕਾਲਾ। ਸਾਧ ਸੰਗਤ ਜੀ, ਸੰਧਿਆ ਦੇ ਸਮੇਂ ਤੱਕ ਦੀਵਾਨ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਲੱਗਾ ਰਿਹਾ। ਉੱਥੇ ਹੀ ਰਹਿ ਰਾਸ ਦਾ ਪਾਠ ਗੁਰੂ ਕਲਗੀਧਰ ਜੀ ਨੇ ਸੁਣਿਆ। ਥਾਨ ਪਿਤਾ ਮਹਿ ਕੋ ਨਮੋ ਕਰ ਪ੍ਰਕਰਮ ਕਿਰਪਾਲਾ। ਫਿਰ ਮਹਾਰਾਜ ਆਪਣੇ ਦਾਦਾ ਜੀ ਦੇ ਅਸਥਾਨ ਤੇ ਰਹਿ ਰਾਸ ਦਾ ਪਾਠ ਸੁਣ ਕੇ ਗੁਰ ਅਸਥਾਨ ਦੀਆਂ ਪਰਿਕਰਮਾ ਕਰਕੇ ਉੱਥੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਚੜ੍ਹਾ ਕੇ ਉਥੋਂ ਚਾਲਾ ਪਾਉਂਦੇ ਹਨ। ਸਨੇ ਸਨੇ ਨਿਜ ਸਿਵਰ ਕੋ ਚਲ ਆਏ ਗੁਸਾਈ। ਸਹਿਜੇ ਸਹਿਜੇ ਸਤਿਗੁਰੂ ਜੀ ਆਪਣਾ ਜਿਹੜਾ ਅਸਥਾਨ ਜਿੱਥੇ ਪੜਾਅ ਕੀਤਾ ਹੋਇਆ ਸੀ, ਛਾਉਣੀ ਪਾਈ ਹੋਈ ਸੀ, ਆਪਣੇ ਡੇਰੇ ਵਿੱਚ ਆ ਗਏ ਹਨ। ਰਾਏ ਗੁਲਾਬ ਸ਼ਿਆਮ ਸਿੰਘ ਸੰਗ ਦੋਨੋਂ ਭਾਈ। ਬਾਬਾ ਗੁਲਾਬ ਰਾਏ ਜੀ ਬਾਬਾ ਸ਼ਾਮ ਸਿੰਘ ਜੀ ਦੋਵੇਂ ਭਰਾ ਜੋ ਇੱਥੋਂ ਦੇ ਰਾਜੇ ਹਨ। ਕੀਰਤਪੁਰ ਸਾਹਿਬ ਦਾ ਸਾਰਾ ਪ੍ਰਬੰਧ ਉਹਨਾਂ ਕੋਲ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੇ ਨਗਰੀ ਵਸਾਈ ਸੀ। ਇਸ ਕਰਕੇ ਇੱਥੇ ਸਾਰਾ ਪਰਿਵਾਰ ਰਹਿੰਦਾ ਸੀ। ਬਾਬਾ ਸੂਰਜਮਲ ਜੀ ਦਾ ਪਰਿਵਾਰ ਤਾਂ ਪੱਕਾ ਹੀ ਉੱਥੇ ਰਿਹਾ ਤੇ ਬਾਅਦ ਵਿੱਚ ਸਾਰਾ ਸਮਾਂ ਆਨੰਦਪੁਰ ਸਾਹਿਬ ਗੁਜ਼ਾਰਿਆ ਹੈ। ਹੁਣ ਵੀ ਸੋਢੀ ਸ਼ਾਮ ਸਿੰਘ ਜੀ ਦੀ ਅੰਸ਼ ਬੰਸ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਸਦੇ ਹਨ, ਜਿਨ੍ਹਾਂ ਨੂੰ ਸੋਢੀ ਆਨੰਦਪੁਰ ਸਾਹਿਬ ਵਾਲੇ ਸੋਢੀ ਕਹਿੰਦੇ ਆ। ਸੋ ਇਹ ਬਾਬਾ ਸ਼ਾਮ ਸਿੰਘ ਜੀ ਬਾਬਾ
ਗੁਲਾਬ ਸਿੰਘ ਜੀ ਦੋਵੇਂ ਮਹਾਰਾਜ ਦੇ ਨਾਲ ਡੇਰੇ ਵਿੱਚ ਆਏ ਹਨ। ਜਥਾ ਸ਼ਕਤ ਸੇਵਾ ਕਰੀ ਸਤਿਗੁਰ ਹਰਿ ਖਾਏ। ਇਹਨਾਂ ਦੋਵਾਂ ਭਾਈਆਂ ਨੇ ਗੁਰੂ ਸਾਹਿਬ ਦੀ ਅਤੇ ਗੁਰੂ ਸਾਹਿਬ ਦੇ ਦਲ ਦੀ ਯਥਾ ਸ਼ਕਤ ਸੇਵਾ ਕੀਤੀ ਹੈ। ਘੋੜਿਆਂ ਵਾਸਤੇ ਘਾਹ ਪੱਠੇ ਦਾ ਬੰਦੋਬਸਤ ਕੀਤਾ ਤੇ ਲੰਗਰ ਵਾਸਤੇ ਰਸਤਾਂ ਬਸਤਾਂ ਵੀ ਅਰਦਾਸੇ ਕਰਾਈਆਂ ਹਨ। ਸੁਪਤ ਜਥਾ ਸੁਖ ਜਾਮਨੀ ਬਿਸਰਾਮ ਸੋ ਪਾਏ। ਤੇ ਸਤਿਗੁਰੂ ਕਲਗੀਧਰ ਜੀ ਸੁਖ ਨਾਲ ਇੱਥੇ ਰਾਤ ਗੁਜ਼ਾਰੀ ਹੈ। ਬੜੀ ਪ੍ਰਾਤ ਉੱਠ ਕੇ ਪ੍ਰਭੂ ਕਰ ਸੋਚ ਇਸ਼ਨਾਨਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਉੱਠ ਕੇ ਸੋਚ ਇਸ਼ਨਾਨ ਕਰਕੇ ਤਿਆਰ ਹੋਏ ਹਨ। ਬਜਿਓ ਦਮਾਮਾ ਕੂਚ ਕੋ ਜਨ ਗਨ ਗਰ ਜਾਨਾ। ਅੰਮ੍ਰਿਤ ਵੇਲੇ ਤਿਆਰ ਹੋ ਕੇ ਨਿਤਨੇਮ ਤੋਂ ਵਿਹਲੇ ਹੋ ਕੇ ਸਤਿਗੁਰੂ ਜੀ ਨੇ ਕੂਚ ਦੇ ਨਗਾਰੇ ਵਜਵਾਏ ਹਨ। ਇਵੇਂ ਮਹਾਰਾਜ ਦਾ ਰਣਜੀਤ ਨਗਾਰਾ ਗਰਜਿਆ ਜਿਵੇਂ ਬੱਦਲ ਗਰਜਦਾ ਹੈ। ਝੜ ਮਤੰਗ ਪਰ ਸਤਿਗੁਰੂ ਪਰ ਚਾਹੇ ਪ੍ਰਵੇਸ਼ਾ। ਮਹਾਰਾਜ ਹੁਣ ਆਨੰਦਪੁਰ ਸਾਹਿਬ ਜਾ ਰਹੇ ਨੇ। ਅੱਜ ਦਿਲ ਕੀਤਾ ਹੈ ਕਿ ਹਾਥੀ ਤੇ ਸਵਾਰ ਹੋ ਕੇ ਆਪਣੀ ਪਵਿੱਤਰ ਪਾਵਨ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿੱਚ ਪ੍ਰਵੇਸ਼ ਕਰੀਏ। ਸਾਇਦ ਜੋਦਾ ਹੈ ਚੜੇ ਚਲ ਸੰਗ ਅਸ਼ੇਸ਼ਾ। ਮਹਾਰਾਜ ਆਪਣੇ ਪ੍ਰਸਾਦੀ ਹਾਥੀ ਤੇ ਹੌਦੇ 'ਚ ਸਵਾਰ ਹੋ ਗਏ ਨੇ ਔਰ ਸ਼ਸਤਰਧਾਰੀ ਸੂਰਮੇ ਯੋਧੇ ਘੋੜਿਆਂ ਤੇ ਚੜ ਕੇ ਨਾਲ ਜਾ ਰਹੇ ਨੇ। ਸੋਧ ਆਨੰਦਪੁਰ ਕੋ ਗਈ ਪਹੁੰਚੇ ਪ੍ਰਭ ਆਏ। ਮਹਾਰਾਜ ਦੇ ਆਉਣ ਦੀ ਖਬਰ ਆਨੰਦਪੁਰ ਸਾਹਿਬ ਪਹਿਲਾਂ ਹੀ ਪਹੁੰਚ ਚੁੱਕੀ ਸੀ ਕਿ ਸਤਿਗੁਰੂ ਜੀ ਅੱਜ ਕੀਰਤਪੁਰ ਠਹਿਰੇ ਹੋਏ ਨੇ ਤੇ ਕੱਲ ਨੂੰ 10ਵੇਂ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਆਉਣਾ ਹੈ। ਸੁਨ ਸਭ ਕੇ ਆਨੰਦ ਔਰ ਬਜ ਉਠੀ ਵਧਾਈ। ਆਨੰਦਪੁਰ ਸਾਹਿਬ ਦੀਆਂ ਸੰਗਤਾਂ ਦੇ ਮਨ ਵਿੱਚ ਚਾਹ ਚੜ ਗਿਆ। ਵਧਾਈਆਂ ਵੱਜੀਆਂ ਨੇ, ਬੜੇ ਖੁਸ਼ ਹੋਏ ਨੇ ਵੀ ਭਾਗਾਂ ਵਾਲੀ ਘੜੀ ਆਈ ਹੈ। ਅੱਜ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨ ਹੋਣੇ ਨੇ। ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ। ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਐਸੀ ਖੁਸ਼ੀ ਚੜੀ ਹੈ। ਸਾਰੀਆਂ ਸੰਗਤਾਂ ਮਹਾਰਾਜ ਦੇ ਦਰਸ਼ਨਾਂ ਲਈ ਉਮੜ ਪਈਆਂ ਹਨ। ਕਰੀ ਮਾਰ ਜਨ ਸਭ ਗਰੀ ਛਿੜਕਾਓ ਬਿਸਾਲਾ। ਕਹਿੰਦੇ ਸਾਰੀਆਂ ਗਲੀਆਂ ਦੇ ਵਿੱਚ ਸਾਧ ਸੰਗਤ ਜੀ ਛਿੜਕਾਓ ਕੀਤਾ ਗਿਆ ਹੈ। ਗਲੀਆਂ ਦੀ ਸਫਾਈ ਪਹਿਲਾਂ ਹੀ ਕਰਾ ਲਈ ਅਨੰਦਪੁਰ ਵਾਸੀਆਂ ਨੇ ਵੀ ਸਤਿਗੁਰੂ ਜੀ ਦੀ ਸਵਾਰੀ ਇੱਥੋਂ ਲੰਘਣੀ ਹੈ। ਬਹੁਤ ਸੋਹਣਾ ਛਿੜਕਾਓ ਕਰਕੇ ਗਲੀਆਂ ਸਾਫ਼ ਕੀਤੀਆਂ ਹਨ। ਮੰਗਲ ਨਾਨਾ ਭਾਂਤ ਕੇ ਗੁੰਦਤ ਗਨਮਾਨਾ। ਕਹਿੰਦੇ ਨਾਨਾ ਪ੍ਰਕਾਰ ਦੇ ਮੰਗਲ ਹੋ ਰਹੇ ਨੇ, ਖੁਸ਼ੀਆਂ ਹੋ ਰਹੀਆਂ ਨੇ। ਥਾਂ ਤੇ ਸੰਗਤਾਂ ਸ਼ਬਦ ਪੜ੍ਹ ਰਹੀਆਂ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਸੁਪਨ ਚਰਿੱਤਰ ਚਿੱਤਰ ਬਾਣਕ ਬਣੇ ਬਚਿੱਤਰ ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। परम दयाल लाल लोचन विशाल मुख बचन रसाल मद मधुर पियाए हैं। सोबत से जासन बिलासन द अंकमाल प्रेम रस बिसम हवै सहज समाए हैं। चातरिक शब्द सुन अखियां उगर गई भई जल मीन गत बिरह जगाए हैं। जिन्हां नूं गुरु दे दर्शनां दी प्यास लगी हुई सी, ਜਿਹੜੇ ਰੋਜ਼ ਪੜ੍ਹਦੇ ਸੀ ਧੰਨ ਸੁਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ। ਉਹ ਗੁਰੂ ਦੇ ਸਿੱਖ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਲਈ ਉਮੜ ਪਏ ਹਨ। ਬਹੁਤ ਹਜ਼ਾਰਨ ਕੋ ਅਦਕ ਪੰਚਾਮ੍ਰਿਤ ਰੂਰਾ। ਤੇ ਹਜ਼ਾਰਾਂ ਸੰਗਤਾਂ ਆਉਣੀਆਂ ਨੇ। ਗੁਰੂ ਸਾਹਿਬ ਦੇ ਨਾਲ ਵੀ ਬੜੀਆਂ ਸੰਗਤਾਂ ਆਉਣੀਆਂ ਨੇ। ਇਸ ਕਰਕੇ ਹਜ਼ਾਰਾਂ ਰੁਪਈਆਂ ਦਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ ਹੈ। ਨਾਮ ਗੁਰੂ ਕੇ ਦੇਹੁਰੇ ਨੌਬਤ ਬਜਤੂਰਾ। ਗੁਰੂ ਤੇਗ ਬਹਾਦਰ ਸਾਹਿਬ ਦਾ ਜੋ ਪਾਵਨ ਪਵਿੱਤਰ ਦਿਉਰਾ ਹੈ, ਗੁਰਦੁਆਰਾ ਸੀਸਗੰਜ ਸਾਹਿਬ, ਜਿੱਥੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਸੀ, ਉਸ ਜਗ੍ਹਾ ਤੇ ਨੌਬਤਾਂ ਵੱਜ ਰਹੀਆਂ ਨੇ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ 10ਵੇਂ ਪਾਤਸ਼ਾਹ ਪਹਿਲਾਂ ਉੱਥੇ ਜਾਣਗੇ, ਉੱਥੇ ਅਰਦਾਸਾ ਹੋਵੇਗਾ ਤੇ ਫਿਰ ਆਪਣੇ ਘਰ ਜਾਣਗੇ। ਨਿਕਸੇ ਨਰ ਸਮੁਦਾਇ ਹੋਇ ਲੇਵਨ ਹਿਤ ਆਗੇ। ਸਾਧ ਸੰਗਤ ਜੀ ਉਧਰ ਤਿਆਰੀਆਂ ਹੋ ਰਹੀਆਂ ਨੇ ਗੁਰੂ ਸਾਹਿਬ ਦੇ ਆਉਣ ਦੇ ਸਵਾਗਤ ਦੀਆਂ। ਦੇਗਾਂ ਬਣ ਰਹੀਆਂ ਨੇ, ਲੰਗਰ ਪੱਕ ਰਹੇ ਨੇ, ਕੀਰਤਨ ਹੋ ਰਹੇ ਨੇ। ਫਿਰ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਸ਼ਬਦ ਪੜ੍ਹਦੀਆਂ ਹੋਈਆਂ, ਫੁੱਲਾਂ ਦੀਆਂ ਟੋਕਰੀਆਂ ਲੈ ਕੇ, ਫੁੱਲਾਂ ਦੇ ਹਾਰ ਲੈ ਕੇ
ਗੁਰੂ ਸਾਹਿਬ ਦਾ ਸਵਾਗਤ ਕਰਨ ਲਈ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲੀਆਂ ਨੇ। ले ले रुचिर अकोर को दर्शन अनुरागे। ਆਪੋ ਆਪਣੀਆਂ ਸੋਹਣੀਆਂ ਸੋਹਣੀਆਂ ਭੇਟਾਵਾਂ ਲੈ ਕੇ, ਕੋਈ ਚੰਗਾ ਸ਼ਸਤਰ ਲੈ ਕੇ ਖੜਾ ਗੁਰੂ ਜੀ ਨੂੰ ਭੇਟਾ ਕਰਨ ਵਾਸਤੇ, ਕੋਈ ਵਧੀਆ ਬਸਤਰ ਲੈ ਕੇ, ਕੋਈ ਮਾਇਆ ਲੈ ਕੇ, ਤੇ ਸੋਹਣੇ ਸੋਹਣੇ ਪਦਾਰਥ ਲੈ ਕੇ, ਫੁੱਲਾਂ ਦੇ ਹਾਰ ਲੈ ਕੇ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਹਨ। देख दूर आगमन को दल संग विशाला। ਮਹਾਰਾਜ ਦਾ ਦਲ ਆ ਰਿਹਾ ਹੈ, ਹਾਥੀ ਘੋੜੇ ਆ ਰਹੇ ਨੇ, ਨਿਸ਼ਾਨ ਸਾਹਿਬ ਦੇ ਫਰਲੇ ਖੁੱਲੇ ਝੂਲ ਰਹੇ ਨੇ ਹਵਾ ਦੇ ਵਿੱਚ, ਔਰ ਨਗਾਰੇ ਵੱਜ ਰਹੇ ਨੇ। ਨੀਲੇ ਤੇ ਸਵਾਰ ਬਾਜਾਂ ਵਾਲੇ ਪਾਤਸ਼ਾਹ ਜੀ ਆ ਰਹੇ ਨੇ। बिस्मत बध्यो प्रताप बहो जन बड़ महपाला। ਆ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਹਾਥੀ ਤੇ ਅੱਜ ਬੈਠੇ ਨੇ। ਅੱਗੇ ਘੋੜੇ ਦੀ ਸਵਾਰੀ ਵੀ ਕਰਦੇ, ਹਾਥੀ ਦੀ ਵੀ ਕਰਦੇ ਆ, ਪਰ ਅੱਜ ਸਾਰੀ ਫੌਜ ਦੇ ਵਿਚਕਾਰ ਮਹਾਰਾਜ ਪ੍ਰਸ਼ਾਦੀ ਹਾਥੀ ਤੇ ਸੋਨੇ ਦਾ ਹੌਦਾ ਪਾਇਆ ਹੋਇਆ ਹੈ। ਉਹਦੇ ਵਿੱਚ ਬੈਠੇ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਸੋਭਾ ਪਾ ਰਹੇ ਨੇ। बाजत आवत तुन बड़ी रणजीत नगारा। ਵੱਡੀ ਧੁਨ ਦੇ ਵਿੱਚ ਰਣਜੀਤ ਨਗਾਰਾ ਵੱਜਦਾ ਆ ਰਿਹਾ ਹੈ। तुपक तड़ाके छुटत है और हरक उदारा। ਔਰ ਸਾਧ ਸੰਗਤ ਜੀ ਬੰਦੂਕਾਂ ਕਾੜ ਕਾੜ ਚਲਦੀਆਂ ਨੇ। ਬੜੇ ਗੁਰੂ ਕੇ ਸਿੱਖ ਹਵਾਈ ਫੈਰ ਕਰਦੇ ਨੇ ਤਾਂ ਕਿ ਸੂਰਮਿਆਂ ਦਾ ਉਤਸ਼ਾਹ ਵਧੇ ਤੇ ਦੁਸ਼ਮਣਾਂ ਦੋਖੀਆਂ ਨੂੰ ਭੈ ਆਵੇ। पुन जन सगरे ताए कर जोरत जुग हाथा। ਕਹਿੰਦੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਖੜੀਆਂ ਨੇ। और अब बंधन को करत है दरसत जगन्नाथा। ਮਹਾਰਾਜ ਨੂੰ ਨਮਸਕਾਰਾਂ ਕਰਦੀਆਂ ਨੇ, ਮਹਾਰਾਜ ਦੇ ਦਰਸ਼ਨ ਕਰਦੀਆਂ ਨੇ ਸੰਗਤਾਂ। कुशल प्रशन कर सबन सो चाले अगवाया। ਤੇ ਮਹਾਰਾਜ ਸਾਰਿਆਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਦੇਖ ਰਹੇ ਨੇ, ਸਾਰਿਆਂ ਦਾ ਹਾਲ ਚਾਲ ਪੁੱਛਦੇ ਨੇ, ਸਾਰਿਆਂ ਉੱਤੇ ਮਿਹਰ ਦੀ ਦ੍ਰਿਸ਼ਟੀ ਕਰਦੇ ਨੇ ਤੇ ਹੌਲੇ ਹੌਲੇ ਸਤਿਗੁਰੂ ਅੱਗੇ ਤੁਰੀ ਜਾਂਦੇ ਨੇ। प्रवेश गुरु आनंदपुर हे रथ समुदाया। ਇਹਦਾ ਹਜ਼ਾਰਾਂ ਸੰਗਤਾਂ ਦੇ ਸਵਾਗਤ ਨੂੰ ਗ੍ਰਹਿਣ ਕਰਕੇ ਦਸਵੇਂ ਪਾਤਸ਼ਾਹ ਮਹਾਰਾਜ ਲਗਭਗ 4 ਸਾਲ ਬਾਅਦ ਸ੍ਰੀ ਅਨੰਦਪੁਰ ਸਾਹਿਬ 'ਚ ਪ੍ਰਵੇਸ਼ ਕੀਤਾ ਹੈ। उतरे सतगुरु प्रथम ही पद कमल प्याने। ਮਹਾਰਾਜ ਸਭ ਤੋਂ ਨੇੜੇ ਜਾ ਕੇ ਹਾਥੀ ਤੋਂ ਥੱਲੇ ਉਤਰੇ ਹਨ ਤੇ ਜੋੜਾ ਉਤਾਰਿਆ ਹੈ ਤੇ ਨੰਗੇ ਪੈਰੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅੰਗੀਠਾ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਹਨ। नवम गुरु के देहो रे अबे बंधन ठाने। ਗੁਰਦੁਆਰਾ ਸੀਸਗੰਜ ਸਾਹਿਬ ਨੌਵੇਂ ਪਾਤਸ਼ਾਹ ਜੀ ਦਾ ਪਾਵਨ ਦਿਉਰਾ ਹੈ। ਉੱਥੇ ਜਾ ਕੇ ਕੜਾਹ ਪ੍ਰਸ਼ਾਦ ਦੀਆਂ ਪਰਾਤਾਂ ਰੱਖੀਆਂ ਹਨ ਔਰ ਬੜੀ ਸ਼ਰਧਾ ਨਾਲ ਮਾਇਆ ਰੱਖ ਕੇ ਮੱਥਾ ਟੇਕਿਆ ਹੈ। करी प्रदक्षिणा चतुर फिर अरदास कराई। ਔਰ ਦਿਉਰਾ ਸਾਹਿਬ ਜੀ ਦੀਆਂ 4 ਪਰਿਕਰਮਾ ਕਰਕੇ ਫਿਰ ਆਪਣੀ ਹਾਜ਼ਰੀ ਦਾ ਅਰਦਾਸਾ ਕਰਵਾਇਆ ਹੈ ਵੀ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਕਿ ਆਪ ਜੀ ਦੇ ਬੱਚੇ, ਆਪ ਜੀ ਦਾ ਪਰਿਵਾਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ ਹੈ। पंचामृत आयो अधिक कर दिया वरताई। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਮਹਾਰਾਜ ਨੇ ਆਪ ਭੋਗ ਲਵਾ ਕੇ ਸੰਗਤਾਂ ਵਿੱਚ ਵਰਤਾ ਦਿੱਤੀਆਂ ਹਨ। पुन प्रवेशे निज सदन मह तर शस्त्र उतारे। ਫਿਰ ਗੁਰਦੁਆਰਾ ਸੀਸਗੰਜ ਦੇ ਸਾਹਮਣੇ ਹੀ ਗੁਰੂ ਕੇ ਮਹਿਲ ਸਨ। ਉੱਥੇ ਜਾ ਕੇ ਮਹਾਰਾਜ ਆਪਣੇ ਸ਼ਸਤਰ ਉਤਾਰੇ ਹਨ कंचन केर पलंग पर बैठे सुख सारे। ਤੇ ਸੋਨੇ ਦੇ ਪਲੰਗ ਤੇ ਮਹਾਰਾਜ ਦਸਵੇਂ ਪਾਤਸ਼ਾਹ ਬੈਠੇ ਹਨ। ਸੁਖਾਂ ਦੇ ਸ਼੍ਰੋਮਣੀ ਸਤਿਗੁਰੂ ਮਹਾਰਾਜ ਕਲਗੀਧਰ ਜੀ। महल आए चरनी लगे दोनों तिस काला। ਮਾਤਾ ਸੁੰਦਰੀ ਤੇ ਮਾਤਾ ਜੀਤੋ ਜੀ, ਕਿਉਂਕਿ ਮਾਤਾ ਗੁਜਰੀ ਜੀ ਦੇ ਨਾਲ ਟੋਕਾ ਸਾਹਿਬ ਤੋਂ ਪਹਿਲਾਂ ਹੀ ਆ ਗਏ ਸਨ। ਮਹਾਰਾਜ ਆਪ ਰਾਜੇ ਮੇਦਨੀ ਪ੍ਰਕਾਸ਼ ਨੂੰ ਉਡੀਕ ਰਹੇ ਸਨ, ਜਿਸ ਕਰਕੇ ਆਪ ਉੱਥੇ ਟੋਕਾ ਸਾਹਿਬ 13 ਦਿਨ ਰੁਕ ਗਏ ਤੇ ਪਰਿਵਾਰ ਨੂੰ, ਜ਼ਖਮੀਆਂ ਨੂੰ, ਜਿਹੜੇ ਭੰਗਾਣੀ ਦੇ ਜੰਗ 'ਚ ਸੂਰਮੇ ਜ਼ਖਮੀ ਹੋਏ ਸਨ, ਉਹਨਾਂ ਨੂੰ ਸਾਰੇ ਵਹੀਰ ਨੂੰ ਮਹਾਰਾਜ ਨੇ ਉੱਥੋਂ ਤੋਰ ਦਿੱਤਾ ਸੀ। ਲਗਭਗ 10-12 ਦਿਨਾਂ ਬਾਅਦ ਅੱਜ ਫੇਰ ਮੇਲ ਹੋਇਆ ਹੈ। ਮਾਤਾ ਜੀਤੋ ਜੀ ਨੇ, ਮਾਤਾ ਸੁੰਦਰੀ ਜੀ ਨੇ ਆ ਕੇ ਚਰਨਾਂ 'ਚ ਮੱਥਾ ਟੇਕਿਆ ਹੈ। कर दर्शन को हरक और कह बिनय विशाला। ਕਹਿੰਦੇ ਬੜੇ ਪ੍ਰਸੰਨ ਹੋ ਕੇ ਆਪਣੇ ਪਤੀ ਦੇਵ ਜੀ ਦੇ ਦਰਸ਼ਨ ਕੀਤੇ ਨੇ
ਔਰ ਮਨ ਦੀ ਭਾਵਨਾ ਨਾਲ ਬੇਨਤੀਆਂ ਕੀਤੀਆਂ ਨੇ। ਪ੍ਰਭ ਜੀ ਪੂਰਮ ਕਰਬ ਸਭ ਜਿਸ ਨੇ ਫਲ ਦੀਨਾ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਕਿਰਪਾ, ਸਾਡੇ ਕੋਈ ਪੂਰਬਲੇ ਕਰਮ ਚੰਗੇ ਹਨ, ਉਹਨਾਂ ਸ਼ੁਭ ਕਰਮਾਂ ਦਾ ਫਲ ਸਾਨੂੰ ਮਿਲਿਆ ਹੈ। ਆਪ ਸੰਗ ਸੰਜੋਗ ਭਾ ਜਗ ਸਾਹਿਬ ਪੀਨਾ। ਮਾਤਾ ਜੀਤੋ ਜੀ ਤੇ ਮਾਤਾ ਸੁੰਦਰੀ ਜੀ ਕਹਿੰਦੀਆਂ, ਸੱਚੇ ਪਾਤਸ਼ਾਹ, ਕੋਈ ਪੂਰਬਲੇ ਜਨਮਾਂ ਦੀ ਸਾਡੀ ਭਗਤੀ ਦਾ, ਸਾਡੇ ਕਰਮਾਂ ਦਾ ਫਲ ਹੈ ਕਿ ਸਾਨੂੰ ਆਪ ਜੀ ਦੇ ਚਰਨਾਂ ਦੀਆਂ ਦਾਸੀਆਂ ਬਣਨ ਦਾ ਸੁਭਾਗ ਮਿਲਿਆ ਹੈ। ਆਪ ਜੀ ਦੇ ਨਾਲ ਸਾਡਾ ਸੰਜੋਗ ਬਣਿਆ ਹੈ। ਇਹ ਕੋਈ ਸਾਡੇ ਪੂਰਬਲੇ ਕਰਮ ਹਨ। ਸਾਧ ਸੰਗਤ ਜੀ, ਇਹ ਜਿੰਨੀਆਂ ਵੀ ਗੁਰੂ ਮਾਤਾਵਾਂ ਹਨ, ਮਾਤਾ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਮਹਿਲ ਮਾਤਾ ਸੁਲੱਖਣੀ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਜਿੰਨੇ ਵੀ ਗੁਰੂ ਮਹਿਲ ਹਨ, ਇਹਨਾਂ ਦੀਆਂ ਬਹੁਤ ਭਗਤੀਆਂ ਹਨ। ਬਹੁਤ ਜਪਾਂ ਤਪਾਂ ਤੋਂ ਬਾਅਦ, ਸਾਧਨਾ ਤੋਂ ਬਾਅਦ ਇਹ ਅਵਤਾਰਾਂ ਮਹਾਂਪੁਰਸ਼ਾਂ ਦੇ ਇਤਨਾ ਨੇੜ ਹੋਣ ਦਾ ਸੰਗ ਮਿਲਦਾ ਹੈ। ਬਿਨਾਂ ਭਾਗਾਂ ਦੇ ਅਵਤਾਰਾਂ ਮਹਾਂਪੁਰਸ਼ਾਂ ਗੁਰੂਆਂ ਦੇ ਦਰਸ਼ਨ ਵੀ ਨਹੀਂ ਹੁੰਦੇ। ਤੋ ਮਾਤਾ ਜੀ ਧੰਨ ਆਪਣੇ ਭਾਗ ਸਮਝਦੇ ਹਨ। ਕੁਸ਼ਲ ਪ੍ਰਸੰਨ ਸਤਿਗੁਰੂ ਕਰ ਧੀਰਜ ਤਬ ਦਕੈ। ਸਤਿਗੁਰੂ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਆਪਣੇ ਮਹਿਲਾਂ ਦੀ ਬੇਨਤੀ ਸੁਣੀ, ਉਹਨਾਂ ਦਾ ਹਾਲ ਚਾਲ ਪੁੱਛਿਆ, ਸੁਖ ਸ਼ਾਂਤ ਪੁੱਛੀ ਤੇ ਦੋਵਾਂ ਨੂੰ ਧੀਰਜ ਦਿੱਤਾ, ਹੌਸਲਾ ਦਿੱਤਾ। ਮਾਤਾ ਗੁਜਰੀ ਕੋ ਮਿਲੇ ਬੰਧਨ ਪਗ ਕੈ। ਫਿਰ ਆਪਣੀ ਮਾਤਾ ਜੀ, ਮਾਤਾ ਗੁਜਰੀ ਜੀ ਨੂੰ 10ਵੇਂ ਪਾਤਸ਼ਾਹ ਮਿਲੇ ਹਨ ਤੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਤਨ ਥਾਤੀ ਕੋ ਵਾਰ ਕਰ ਸੂੰਗਤ ਬੜ ਪਾਲਾ। ਮਾਤਾ ਗੁਜਰੀ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿਰ ਤੋਂ ਮਾਇਆ ਦੀਆਂ ਥੈਲੀਆਂ ਵਾਰ-ਵਾਰ ਕੇ ਗਰੀਬਾਂ 'ਚ ਵੰਡੀਆਂ ਨੇ ਤੇ ਆਪਣੇ ਪੁੱਤਰ ਦਾ ਮੱਥਾ ਚੁੰਮਿਆ ਹੈ। ਦੇਖ ਪੁੱਤਰ ਕੇ ਬਦਨ ਕੋ ਔਰ ਆਨੰਦ ਵਿਸਾਲਾ। ਆਪਣੇ ਪਿਆਰੇ ਪੁੱਤਰ ਕਲਗੀਧਰ ਨੂੰ ਵੇਖ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਹਨ। ਆਸ਼ਿਕ ਦੇਗ ਬਹੁ ਮਾਧੁਰੀ ਹੋ ਬਹੁ ਸੁਤਵੰਤੇ। ਤੇ ਅਸੀਸਾਂ ਦਿੰਦੇ ਨੇ, ਮਹਾਰਾਜ ਤੁਹਾਨੂੰ ਵੀ ਬਹੁਤ ਪਿਆਰੇ ਨੇਕ ਬਹਾਦਰ ਪੁੱਤਰਾਂ ਦੀ ਪ੍ਰਾਪਤੀ ਹੋਵੇ। ਉਦੋ ਪ੍ਰਤਾਪ ਸੁਕੀਰਤੀ ਸਾਗਰ ਪਰਯੰਤੇ। ਤੁਹਾਡਾ ਪ੍ਰਤਾਪ ਸਾਗਰ ਪਰਯੰਤ ਸਮੁੰਦਰ ਦੇ ਕਿਨਾਰੇ ਤੱਕ ਫੈਲ ਜਾਵੇ, ਯਾਨੀ ਸਾਰੀ ਧਰਤੀ ਤੇ ਤੁਹਾਡਾ ਨਾਮ, ਤੁਹਾਡਾ ਰੋਸ਼ਨ ਹੋ ਜਾਵੇ, ਤੁਹਾਡਾ ਹੀ ਡੰਕਾ ਵੱਜੇ ਸਾਰੀ ਧਰਤੀ ਉੱਤੇ। ਪੁਨ ਸਤਿਗੁਰ ਸਭ ਸਦਨ ਮਹਿ ਪ੍ਰਵੇਸ਼ੇ ਥਿਰ ਹੋਏ। ਫਿਰ ਸਤਿਗੁਰੂ ਜੀ ਆਪਣੇ ਮਹਿਲਾਂ ਦੇ ਵਿੱਚ ਪ੍ਰਵੇਸ਼ ਕੀਤੇ ਤੇ ਪਲੰਗ ਤੇ ਜਾ ਬਿਰਾਜੇ ਹਨ। ਖਾਨ ਪਾਨ ਕਰ ਸਵਾਦ ਯੁਤ ਠਹਿਰੇ ਸਭ ਕੋਏ। ਔਰ ਬੜੇ ਪਿਆਰ ਨਾਲ ਲੰਗਰ ਪ੍ਰਸ਼ਾਦ ਛਕਿਆ ਹੈ, ਸਾਰਿਆਂ ਨੇ ਆਰਾਮ ਕੀਤਾ ਹੈ। ਪਹਿਰ ਤੀਸਰੇ ਮਹਿ ਉਠੇ ਆਨੀ ਸਰਦਾਈ। ਔਰ ਤੀਜੇ ਪੈਰ ਦੁਪਹਿਰ ਢਲੇ ਤੇ ਫਿਰ ਉੱਠੇ ਹਨ। ਮਹਾਰਾਜ ਦਾ ਦੇਗੀਆ ਸਿੰਘ ਦੇਗ ਲੈ ਕੇ ਆਇਆ ਹੈ। ਵਿਜਿਆ ਕੇ ਸੰਗ ਛਕ ਲਈ ਚਿਤ ਆਨੰਦ ਉਪਾਈ। ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਜੀ ਨੂੰ ਦੇਗ ਭੇਟਾ ਕੀਤੀ ਹੈ ਤੇ ਸਤਿਗੁਰੂ ਜੀ ਨੇ ਛਕੀ ਹੈ ਬੜੇ ਆਨੰਦ ਦੇ ਨਾਲ। ਸੋਚ ਇਸ਼ਨਾਨੇ ਕਰਤ ਬੈ ਸਜ ਬਸਤਰ ਬਨਾਏ। ਫਿਰ ਸੌਚ ਇਸ਼ਨਾਨ ਕਰਕੇ ਬਸਤਰ ਸ਼ਸਤਰ ਸਜਾਏ ਹਨ ਸਤਿਗੁਰੂ ਜੀ ਨੇ। ਪਾਏ ਗਰੇ ਸ਼ਮਸ਼ੇਰ ਕੋ ਸ਼ਮਸ਼ੇਰ ਸੁਹਾਏ। ਗਾਤਰੇ ਸ਼ਮਸ਼ੇਰ ਸ੍ਰੀ ਸਾਹਿਬ ਪਹਿਨੀ ਹੈ ਤੇ ਸ਼ੇਰ ਦੀ ਤਰ੍ਹਾਂ ਹੀ, ਬੱਬਰ ਸ਼ੇਰ ਦੀ ਤਰ੍ਹਾਂ ਹੀ ਸ਼ੋਭਾ ਪਾ ਰਹੇ ਹਨ। ਆਏ ਸਭਾ ਸਥਾਨ ਮਹਿ ਮਾਨਵ ਸਮੁਦਾਏ। ਸਭਾ ਸਥਾਨ ਜਿੱਥੇ ਦੀਵਾਨ ਲੱਗਦਾ ਸੀ, ਫਿਰ ਉੱਥੇ ਆ ਗਏ ਨੇ ਜਿੱਥੇ ਗੁਰੂ ਕੇ ਦਰਬਾਰ ਵਿੱਚ ਬੇਅੰਤ ਸੰਗਤਾਂ ਆ ਕੇ ਦਰਸ਼ਨ ਕਰ ਰਹੀਆਂ ਨੇ। ਸੀਸ ਹਜ਼ਾਰ ਹੋ ਨਿਮਰ ਹੋਏ ਜਿਤ ਕਿਤ ਚਹੁਕਾਏ। ਹਜ਼ਾਰਾਂ ਲੋਕ ਚਾਰੇ ਪਾਸਿਓਂ ਸਿਰ ਝੁਕਾਉਂਦੇ ਨੇ, ਸੰਗਤਾਂ ਨਮਸਕਾਰਾਂ ਕਰਦੀਆਂ ਨੇ, ਮੱਥੇ ਟੇਕਦੀਆਂ ਨੇ। ਤੇਰੇ ਸਿੰਘਾਸਨ ਸ਼੍ਰੀ ਪ੍ਰਭੂ ਪੁਨ ਲਗਿਓ ਦੀਵਾਨਾ। ਮਹਾਰਾਜ ਆਪਣੇ ਸਿੰਘਾਸਣ ਤੇ ਬਿਰਾਜੇ ਨੇ ਤੇ ਮਹਾਰਾਜ ਦਾ ਦੀਵਾਨ ਸਜ ਗਿਆ ਹੈ। ਸੁਪਟ ਸ਼ਸਤਰ ਕੇ ਸਹਿਤ ਗਨ ਬੈਠੇ ਤਹਿ ਆਨਾ। ਸੂਰਮੇ ਸ਼ਸਤਰਾਂ ਦੇ ਨਾਲ ਸਜੇ ਤਿਆਰ ਪਰ ਤਿਆਰ ਹੋਏ ਬੈਠੇ ਨੇ। ਦੇਸ਼ ਵਿਦੇਸ਼ ਨੇ ਸੰਗਤਾ ਬੋ ਚਲ ਕਰ ਆਈ। ਦੀਵਾਨ ਦੇ ਵਿੱਚ ਦੇਸ਼ਾਂ ਤੋਂ ਪ੍ਰਦੇਸ਼ਾਂ ਤੋਂ ਸੰਗਤਾਂ ਚੱਲ ਕੇ ਦਰਸ਼ਨਾਂ ਲਈ ਆਈਆਂ ਨੇ। ਸੁਨ ਸੁਨ ਗੁਰ ਆਗਮਨ ਕੋ ਠਹਿਰੀ ਸਮੁਦਾਈ। ਮਹਾਰਾਜ ਦਾ ਆਉਣਾ ਸੁਣ ਸੁਣ ਕੇ ਸੰਗਤਾਂ ਸਾਰੀਆਂ
ਪਹਿਲਾਂ ਹੀ ਰੁਕੀਆਂ ਹੋਈਆਂ ਸਨ ਵੀ ਦਰਸ਼ਨ ਜਦੋਂ ਮਹਾਰਾਜ ਆ ਜਾਣਗੇ ਅਨੰਦਪੁਰ ਸਾਹਿਬ ਦਰਸ਼ਨ ਕਰਾਂਗੇ। ਸੋ ਸਭ ਹੀ ਹਿਤ ਦਰਸ ਕੇ ਉਮੜੀ ਇੱਕ ਸਾਰੀ। ਉਹ ਜਿਹੜੀਆਂ ਸੰਗਤਾਂ ਨੂੰ ਕਿੰਨੇ ਚਿਰਾਂ ਤੋਂ ਦਰਸ਼ਨ ਨਹੀਂ ਸੀ ਹੋਏ, ਉਹ ਸਾਰੀਆਂ ਸੰਗਤਾਂ ਵੀ ਇੱਕੋ ਵਾਰੀ ਉਮੜ ਕੇ ਆ ਗਈਆਂ। ਬਹੁਤ ਸੰਗਤਾਂ ਦਾ ਇਕੱਠ ਹੋ ਗਿਆ। ਲੈ ਲੈ ਅਨਕ ਅਕੋਰ ਕੋ ਚਲ ਪਹੁੰਚ ਅਗਾਰੀ। ਅਨੇਕਾਂ ਤਰ੍ਹਾਂ ਦੀਆਂ ਭੇਟਾਵਾਂ ਲੈ ਲੈ ਕੇ ਗੁਰੂ ਸਾਹਿਬ ਦੇ ਅੱਗੇ ਆਏ ਹਨ ਸਿੱਖ। ਅਧਿਕ ਭੀੜ ਜੋ ਦਿਸ਼ ਭਈ ਨਹਿ ਪ੍ਰਾਪਤ ਬਾਰੀ। ਕਹਿੰਦੇ ਬਹੁਤ ਭੀੜ ਹੋ ਗਈ ਸੰਗਤਾਂ ਦੀ, ਮੱਥਾ ਟੇਕਣ ਦੀ ਵਾਰੀ ਨਹੀਂ ਆਉਂਦੀ। ਲੈਣਾ ਲੱਗੀਆਂ ਸੰਗਤਾਂ ਆ ਰਹੀਆਂ, ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ ਹਿਸਾਬ ਨਾਲ ਸੰਗਤਾਂ ਆਉਂਦੀਆਂ। ਚਲੋ ਸਿੰਘੋ ਚੱਲ ਦਰਸ਼ਨ ਕਰੀਏ। ਗੁਰੂ ਗੋਬਿੰਦ ਸਿੰਘ ਆਏ ਨੇ, ਨੀਲਾ ਘੋੜਾ ਬਾਂਕਾ ਜੋੜਾ, ਹੱਥ ਵਿੱਚ ਬਾਜ ਸੁਹਾਏ ਨੇ। ਪਿਤਾ ਜਿਨ੍ਹਾਂ ਦੇ ਤੇਗ ਬਹਾਦਰ, ਮਾਤਾ ਗੁਜਰੀ ਜਾਏ ਨੇ। ਚਲੋ ਸਿੰਘੋ ਚੱਲ ਦਰਸ਼ਨ ਕਰੀਏ। ਗੁਰੂ ਗੋਬਿੰਦ ਸਿੰਘ ਆਏ ਨੇ। ਇਹਦਾ ਭਾਵਨਾ ਦੇ ਨਾਲ ਸ਼ਬਦ ਪੜ੍ਹਦੇ ਹੋਏ ਗੁਰੂ ਕੇ ਸਿੱਖ ਆ ਰਹੇ ਨੇ। ਕਰ ਜੋਰ ਹੈ ਸਿਰ ਤਰ ਤਰ ਹੈ ਇੱਕ ਹੈ ਬਲਿਹਾਰੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਹੱਥ ਜੋੜ ਜੋੜ ਕੇ ਉਸ ਚਰਨਾਂ ਉੱਤੇ ਰੱਖਦੇ ਹਨ ਤੇ ਬਲਿਹਾਰ ਬਲਿਹਾਰ ਜਾਂਦੇ ਹਨ। ਅੰਬਰ ਪਸ਼ੰਬਰ ਕਨੇ ਪਾਟੰਬਰ ਨਾਨਾ। ਕਹਿੰਦੇ ਨਾਨਾ ਪ੍ਰਕਾਰ ਦੇ ਬਸਤਰ ਤੇ ਸ਼ਸਤਰ ਭੇਟਾ ਕਰਦੇ ਹਨ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੱਖਦੇ ਹਨ। ਸੈਫ ਸਰੋਹੀ ਸ਼ਕਤ ਖਰੇ ਗਨ ਬਾਨ ਕਮਾਨਾ। ਕਹਿੰਦੇ ਬੜੇ ਬੜੇ ਸ਼ਸਤਰ ਭੇਟਾ ਕਰਦੇ ਨੇ ਸਿੱਖ। ਸੈਫਾਂ, ਸਰੋਈਆਂ, ਖੰਡੇ, ਬੜੇ ਬੜੇ ਸੋਹਣੇ ਤੀਰ ਕਮਾਨ ਅਤੇ ਤੀਰ ਬੜੇ ਬੜੇ ਸੁੰਦਰ ਸੰਗਤਾਂ ਲੈ ਕੇ ਆਉਂਦੀਆਂ ਨੇ। ਸੁਵਰਨ ਕੇ ਪੂਖਨ ਰੁਚਰ ਵਿੱਚ ਜਰੇ ਜਰਾਉ। ਕਹਿੰਦੇ ਸੋਨੇ ਦੇ ਗਹਿਣੇ ਜਿਨ੍ਹਾਂ ਵਿੱਚ ਜੜਾਊ ਜੜੇ ਹੁੰਦੇ ਹਨ। ਸਤਿਗੁਰ ਹਿਤ ਪਹਿਰਾਏ ਬੇ ਆਨੇ ਸਮੁਦਾਉ। ਮਹਾਰਾਜ ਨੂੰ ਪਹਿਰਾਣ ਵਾਸਤੇ ਲੈ ਕੇ ਆਉਂਦੇ ਹਨ। ਅਗਰ ਮੇਵ ਰੋ ਕਰਤ ਹੈ ਸਭ ਹਿਨ ਅਰਦਾਸੇ। ਤੇ ਸਾਰੀਆਂ ਸੰਗਤਾਂ ਦਾ ਅਰਦਾਸਾ ਮੇਵੜਾ ਕਰਦਾ ਹੈ ਸਾਰੇ ਜਿਹੜੇ ਆਏ ਹੋਏ ਹਨ। ਕਮਲ ਬਿਲੋਚਨ ਚਪਲ ਤੇ ਦੇਖਤ ਨਿਜ ਦਾਸੇ। ਕਹਿੰਦੇ ਸੇਵਾਦਾਰ ਜਿਹੜੇ ਹਨ ਉਹ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਦੇ ਹਨ। ਏਕ ਕਹੈ ਮੁਖ ਕਾਮਨਾ ਇੱਕ ਔਰ ਮਹਿ ਧਾਰੈ। ਕਹਿੰਦੇ ਇੱਕ ਆਪਣੇ ਮਨ ਦੀ ਕਾਮਨਾ ਦੱਸਦੇ ਹਨ ਤੇ ਇੱਕ ਮਨ ਵਿੱਚ ਰੱਖਦੇ ਹਨ। ਜੋ ਕੋਈ ਕਾਮਨਾ ਹੁੰਦੀ ਹੈ ਗੁਰੂ ਸਾਹਿਬ ਉਹਨਾਂ ਦੀ ਪੂਰੀਆਂ ਕਰਦੇ ਹਨ। ਘਟ ਘਟ ਕੇ ਮਾਲਕ ਪ੍ਰਭੂ ਸਗਰੀ ਨਿਰਧਾਰੈ। ਘਟ ਘਟ ਦੀ ਜਾਣਨ ਵਾਲੇ ਮਹਾਰਾਜ, ਉਹਨਾਂ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ ਹੈ, ਸਭ ਕੁਝ ਜਾਣੀ ਜਾਣ ਹਨ। ਪਰ ਵਹਿ ਕਰਤ ਸੰਭਾਰਨਾ ਨਰ ਲੱਖੋਂ ਕੇਰੀ। ਮਹਾਰਾਜ ਲੱਖਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ, ਸਭ ਦੀ ਸੰਭਾਲ ਕਰਦੇ ਨੇ। ਐਸੇ ਸਤਿਗੁਰੂ ਜੀ ਹਨ। ਲਗਿਓ ਅੰਬਾਰ ਅਕੋਰ ਕੋ ਗਨ ਮੋਲ ਕਨੇਰੀ। ਕਹਿੰਦੇ ਬੜੀਆਂ ਬੜੀਆਂ ਕੀਮਤੀ ਚੀਜ਼ਾਂ ਦੇ ਅੰਬਾਰ ਲੱਗੇ ਨੇ। ਬਹੁਤ ਮਹਿੰਗੇ ਮਹਿੰਗੇ ਪਦਾਰਥ ਸੰਗਤਾਂ ਮਹਾਰਾਜ ਵਾਸਤੇ ਲੈ ਕੇ ਆਉਂਦੀਆਂ ਨੇ। ਕਯੋ ਦਰਬ ਗੁਰ ਅਗਰ ਬਹੁ ਆਯੁਧ ਅਰ ਚੀਰੰ। ਕਹਿੰਦੇ ਮਹਾਰਾਜ ਦੇ ਅੱਗੇ ਸੰਗਤਾਂ ਦਾ ਬਹੁਤ ਧਨ ਪਦਾਰਥ ਚੜ੍ਹਦਾ ਹੈ, ਮਾਇਆ ਬਹੁਤ ਆਉਂਦੀ ਹੈ ਔਰ ਸਾਧ ਸੰਗਤ ਜੀ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਧਰ ਧਰ ਇੱਕ ਟਕ ਦਰਸ਼ ਤੇ ਜਹੋਂ ਦਿਸ਼ ਬਹੁ ਭੀਰੰ। ਔਰ ਮਹਾਰਾਜ ਦੇ ਦਰਸ਼ਨ ਇੱਕ ਟਕ ਕਰਦੇ ਹਨ, ਚਾਰੇ ਪਾਸੇ ਬੜੀ ਭੀੜ ਲੱਗੀ ਰਹਿੰਦੀ ਹੈ। ਤਰਨ ਅਵਸਥਾ ਤਨ ਦਿਪਹਿ ਸੁੰਦਰਤਾ ਧਾਰੈ। ਜਵਾਨੀ ਦੀ ਮਹਾਰਾਜ ਦੀ ਉਮਰ ਹੈ, ਬੜੇ ਹੀ ਸੁੰਦਰ ਸਰੂਪ, ਸੋਹਣੇ ਬੜੇ ਲੱਗਦੇ ਹਨ। ਦਰਸ਼ਨ ਕਰਕੇ ਸੰਗਤਾਂ ਦਾ ਮਨ ਮੋਇਆ ਜਾਂਦਾ ਹੈ। ਕੋ ਕਵ ਉਪਮਾ ਕਹਿ ਸਕੈ ਨਹਿ ਪਾਵਤ ਪਾਰੈ। ਕਵੀ ਜੀ ਕਹਿੰਦੇ ਕਿਹੜਾ ਕਵੀ ਹੈ ਜਿਹੜਾ 10ਵੇਂ ਪਾਤਸ਼ਾਹ ਦੀ ਸੁੰਦਰਤਾ ਦਾ ਵਰਣਨ ਕਰ ਸਕੇ, ਮਹਾਰਾਜ ਦੀ ਉਪਮਾ ਕਹਿ ਸਕੇ, ਕਿਉਂਕਿ ਪਰਮੇਸ਼ਰ ਦਾ ਸਰੂਪ ਹਨ ਤੇ ਪਰਮੇਸ਼ਰ ਦਾ ਤਾਂ ਅੰਤ ਪੈਂਦਾ ਹੀ ਨਹੀਂ। ਅੰਤ ਨਾ ਸਿਫਤੀ, ਕਹਿਣ ਦਾ ਅੰਤ, ਅੰਤ ਨਾ ਕਰਨਾ, ਦੇਣ ਦਾ ਅੰਤ। ਹਾਂਜੀ। ਨਰ ਨਾਰੀ ਬਿਸਮੇ ਰਹਿਤ ਨਹਿ ਲੋਚਨ ਫੇਰੈ। ਕਹਿੰਦੇ ਜਿਹੜਾ ਵੀ ਦਰਸ਼ਨ ਕਰਦਾ ਉਹਦੀ ਇੱਕ ਟੱਕ ਉੱਥੇ ਹੀ ਸੁਰਤੀ ਲੱਗੀ ਰਹਿੰਦੀ ਹੈ।
ਵੇਖਣ ਵਾਲੇ ਹੈਰਾਨ ਹੁੰਦੇ ਨੇ ਤੇ ਆਪਣੇ ਨੇਤਰ ਵੀ ਨਹੀਂ ਝਮਕਦੇ। बदन प्रफुल्लत कमल पर अलप महक नीर। ਕਮਲ ਵਰਗਾ ਸੁੰਦਰ ਮੁਖੜਾ ਮਹਾਰਾਜ ਦਾ ਖਿੜਿਆ ਰਹਿੰਦਾ ਹੈ ਤੇ ਸਿੱਖਾਂ ਦੀ ਦ੍ਰਿਸ਼ਟੀ ਉਹ ਮਹਾਰਾਜ ਦੇ ਸਰੂਪ ਉੱਤੇ ਏਦਾਂ ਪਰਮੰਦੀ ਹੈ ਜਿਵੇਂ ਕਮਲ ਦੇ ਫੁੱਲ ਤੇ ਭੌਰਾ ਲੁਭਾਇਮਾਨ ਹੋ ਕੇ ਗੇੜੇ ਕੱਟਦਾ ਹੈ। विस्तृत पंकज पत्र सम आरणता डोरे। ਕਹਿੰਦੇ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੁੰਦਰਤਾ ਕੈਸੀ ਹੈ। ਕਵੀ ਜੀ ਕਹਿੰਦੇ ਜਿਵੇਂ ਕਮਲ ਦਾ ਫੁੱਲ ਬੜਾ ਹੀ ਸੁੰਦਰ ਹੋਵੇ ਤੇ ਉਹਦੇ ਉੱਤੇ ਪੜੋ ਪਾਠ। विस्तृत पंकज पत्र सम आरणता डोरे। ਮਹਾਰਾਜ ਦੇ ਨੇਤਰ ਜਿਹੜੇ ਹਨ ਉਹ ਬੜੇ ਕਮਲ ਦੇ ਪੱਤਰੇ ਵਰਗੇ ਹਨ, ਸੁੰਦਰ ਵਿਸਥਾਰ ਵਾਲੇ ਹਨ। ਤੇ ਜਿਹੜੀ ਮਹਾਰਾਜ ਸਾਹਿਬ ਜੀ ਦੀ ਗਰੀਬ ਨਵਾਜ਼ ਜੀ ਦੀ ਲਾਲੀ ਹੈ ਨੇਤਰਾਂ ਦੀ, ਡੋਰੇ ਲਾਲ ਹਨ, ਭਾਵ ਦੋਵੇਂ ਕਿਨਾਰੇ ਜਿਹੜੇ ਹਨ। चपल बिलोचन चतुरता चितवत चित चोरे। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਜੀ ਜਿਨ੍ਹਾਂ ਵੱਲ ਦੇਖਦੇ ਹਨ ਉਹਨਾਂ ਦਾ ਮਨ ਮੋਹ ਲੈਂਦੇ ਹਨ, ਚਿੱਤ ਚੁਰਾ ਲੈਂਦੇ ਹਨ। लाज जहाज बिराजते करुणा रस साने। ਮਹਾਰਾਜ ਜੀ ਲਾਜ ਦੇ ਜਹਾਜ਼ ਹਨ, ਕਰੁਣਾ ਦੇ ਰਸ ਨਾਲ ਭਰੇ ਹੋਏ ਹਨ। पैनी अनीक टार से चख सम पलटाने। ਤਿੱਖੇ ਨੇਤਰ ਕਟਾਰ ਵਰਗੇ ਹਨ ਤੇ ਮੱਛੀ ਦੀ ਤਰ੍ਹਾਂ ਝਟ ਪਲਟ ਜਾਂਦੇ ਹਨ। जरे जवाहर जिगा मह जाहिर जमकंते। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਵਿੱਚ ਬੜੀ ਲਾਜ ਹੈ, ਕਲਗੀ ਦੇ ਉੱਤੇ ਬੜੇ ਜਵਾਹਰਾਤ ਮੋਤੀ ਝਲਕਦੇ ਹਨ। कल की झूलत डोलते मुक्ता लरकंते। ਕਹਿੰਦੇ ਕਲਗੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਸੋਭਦੀ ਹੈ, ਮੋਤੀ ਲਟਕਦੇ ਹਨ। ਐਸਾ ਸੁੰਦਰ ਸਰੂਪ ਹੈ ਸਤਿਗੁਰੂ ਜੀ ਦਾ। मुख मंडल के दो दिशा कुंडल रतनंते। ਕਹਿੰਦੇ ਮੁੱਖ ਮੰਡਲ ਦੇ ਦੋਵੇਂ ਪਾਸੇ ਕੁੰਡਲ ਸ਼ੋਭਦੇ ਹਨ। ਐਸੀ ਸ਼ੋਭਾ ਹੈ ਗੁਰੂ ਗਰੀਬ ਨਵਾਜ਼ ਜੀ ਦੀ। मारतंड जुग महससी शोभा अस होते। ਕਹਿੰਦੇ ਜਿਵੇਂ ਸੂਰਜ ਦੇ ਵਿੱਚ ਦੋ ਚੰਦਰਮਾ ਇਸ ਤਰ੍ਹਾਂ ਸ਼ੋਭਾ ਪਾਉਂਦੇ ਹਨ। सिखन के दीर्घ इम लगे जन पिघह चकोरा। ਕਹਿੰਦੇ ਸਿੱਖਾਂ ਦੀਆਂ ਅੱਖਾਂ ਗੁਰੂ ਸਾਹਿਬ ਵੱਲ ਏਦਾਂ ਲੱਗੀਆਂ ਰਹਿੰਦੀਆਂ ਜਿਵੇਂ ਚੰਦ ਵੱਲ ਚਕੋਰ ਲੱਗੀ ਰਹਿੰਦੀ, ਨੇਤਰ ਲਾ ਕੇ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਇਸ ਤਰ੍ਹਾਂ ਦੀ ਦਸ਼ਾ ਬਣੀ ਰਹਿੰਦੀ ਹੈ। जहूँ और केरत रहत नह चहत बिछोरा। ਕਹਿੰਦੇ ਚਾਰੇ ਪਾਸੇ ਮਹਾਰਾਜ ਨੂੰ ਘੇਰਾ ਪਾ ਕੇ ਸਿੱਖ ਰਹਿੰਦੇ, ਮਹਾਰਾਜ ਦਾ ਵਿਛੋੜਾ ਨਹੀਂ ਚਾਹੁੰਦੇ। मुक्ता माल बिसार घर लो लख लटकंती। ਮਹਾਰਾਜ ਦੇ ਗਲ ਵਿੱਚ ਮੋਤੀ ਹਨ ਜਿਨ੍ਹਾਂ ਦੇ ਅੱਗੇ ਸਾਧ ਸੰਗਤ ਦੀ ਲਟਕਣ ਬੜੀ ਸੁੰਦਰ ਲੱਗੀ ਲਟਕਦੀ ਹੈ। हीरे चीर चकोर रच दुत अत दमकंती। ਔਰ ਬੜੇ ਸੋਹਣੇ ਹੀਰੇ ਕਾਰੀਗਰਾਂ ਨੇ ਚਾਰ ਕੋਣੇ ਚੀਰ ਚੀਰ ਕੇ ਮਹਾਰਾਜ ਦੀ ਮਾਲਾ ਵਿੱਚ ਲਾਏ ਹੁੰਦੇ ਹਨ। पूजा प्रलंबन के बिखै नव रत्ने पाए। ਲੰਮੇ ਡੋਲਿਆਂ ਦੇ ਉੱਤੇ ਸਾਧ ਸੰਗਤ ਜੀ ਬੜੇ ਸੋਹਣੇ ਨਵਰਤਨੇ ਅੰਗਦ ਵੋਟੇ ਪਹਿਨੇ ਹੁੰਦੇ ਹਨ। जल मह पर नव ग्रह उतर से वह चित लाए। ਏਦਾਂ ਲੱਗਦਾ ਜਿਵੇਂ 9 ਗ੍ਰਹਿ ਮਹਾਰਾਜ ਦੇ ਡੋਲਿਆਂ ਦੇ ਉੱਤੇ ਉਤਰੇ ਆਏ ਸੇਵਾ ਕਰ ਰਹੇ ਹਨ। शस्त्र विलोकित काल सम जान है ले प्राणा। ਵੈਰੀ ਗੁਰੂ ਸਾਹਿਬ ਨੂੰ ਆਪਣਾ ਕਾਲ ਸਮਝਦੇ ਹਨ। ਦੁਸ਼ਮਣ ਨੂੰ ਇੰਜ ਲੱਗਦਾ ਵੀ ਇਹ ਸਾਡੀ ਮੌਤ ਹੈ, ਉਹ ਡਰਦੇ ਹਨ ਵੀ ਸਾਡੀ ਜਾਨ ਲੈ ਲੈਣਗੇ ਦਸਵੇਂ ਪਾਤਸ਼ਾਹ। देवत रोवर को लख है जन काम नवाना। ਤੇ ਜਿਹੜੇ ਸ਼ਰਧਾਵਾਨ ਗੁਰੂ ਤੋਂ ਕਾਮਨਾ ਰੱਖਦੇ ਨੇ ਉਹ ਮਹਾਰਾਜ ਨੂੰ ਕਲਪ ਬਿਰਸ਼ ਦੀ ਤਰ੍ਹਾਂ ਜਾਣਦੇ ਵੀ ਇਹ ਸਾਡੀਆਂ ਸਾਰੀਆਂ ਹੀ ਮਨੋਕਾਮਨਾ ਪੂਰੀਆਂ ਕਰ ਦੇਣਗੇ। ज्ञानी लख है परमात्मा बांछित तन तारा। ਤੇ ਬ੍ਰਹਮ ਗਿਆਨੀ ਜਿਹੜੇ ਹਨ ਉਹ ਗੁਰੂ ਗੋਬਿੰਦ ਸਿੰਘ ਨੂੰ ਪਰਮਾਤਮਾ ਸਮਝਦੇ ਹਨ। ਉਹ ਜਾਣਦੇ ਹਨ ਕਿ ਸਾਡੇ ਵਾਸਤੇ ਗੁਰੂ ਸਾਹਿਬ ਨੇ ਅਵਤਾਰ ਧਾਰਿਆ ਹੈ। निश्चय भगतन के हृदय विष्णु अवतार। ਔਰ ਜਿਹੜੇ ਭਗਤ ਹਨ ਉਹ ਮਹਾਰਾਜ ਨੂੰ ਵਿਸ਼ਨੂੰ ਦਾ ਅਵਤਾਰ ਮੰਨਦੇ ਹਨ। ਦ੍ਰਿਸ਼ਟੀ ਵੱਖਰੀ ਵੱਖਰੀ ਹੈ। ਕਈ ਲੋਕ ਪੁੱਛ ਲੈਂਦੇ ਮਹਾਰਾਜ ਕਿਹਦੇ ਅਵਤਾਰ ਸਨ, ਹੁਣ ਕਿਹਦੇ ਦਸੀਏ। ਜੇ ਤਾਂ ਤੁਸੀਂ ਗਿਆਨੀ ਹੋ ਤਾਂ ਫਿਰ ਮਹਾਰਾਜ ਪਰਮੇਸ਼ਰ ਬ੍ਰਹਮ ਦੇ ਅਕਾਲ ਪੁਰਖ ਦੇ ਪਰਮਾਤਮਾ ਦੇ ਸਰੂਪ ਹਨ। ਜੇ ਤੁਸੀਂ ਭਗਤ ਹੋ ਫਿਰ ਵਿਸ਼ਨੂੰ ਸਰੂਪ ਹਨ। ਜੇ ਤੁਸੀਂ ਪਾਪੀ ਹੋ
ਤੇ ਫਿਰ ਮਹਾਰਾਜ ਤੁਹਾਡੇ ਲਈ ਕਾਲ ਸਰੂਪ ਹਨ, ਤੇ ਜੇ ਤੁਸੀਂ ਲੋੜਵੰਦ ਹੋ ਤੇ ਸਤਿਗੁਰੂ ਦਾਤਾ ਸਰੂਪ ਹਨ। ਸਾਰੇ ਹੀ ਸਰੂਪ ਮਹਾਰਾਜ ਨੇ ਧਾਰਨ ਕੀਤੇ ਹੋਏ ਹਨ। ਜੈਸੀ ਦ੍ਰਿਸ਼ਟੀ ਹੈ ਵੈਸੀ ਸ੍ਰਿਸ਼ਟੀ ਹੈ। ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੈ ਭਾਣੈ ਸਭ ਰੋਗੀ। ਸੁਖੀ ਬੰਦੇ ਨੂੰ ਸਾਰਾ ਸੰਸਾਰ ਸੁਖੀ ਦਿਸਦਾ, ਰੋਗੀ ਨੂੰ ਸਾਰੇ ਬਿਮਾਰ ਦਿਸਦੇ ਹੈ। ਸੋ ਜੈਸੀ ਦ੍ਰਿਸ਼ਟੀ ਹੈ ਗੁਰੂ ਸਾਹਿਬ ਵਾਸਤੇ ਸਿੱਖਾਂ ਦੀ ਭਾਵਨਾ ਹੈ, ਵੈਸਾ ਹੀ ਫਲ ਪ੍ਰਾਪਤ ਹੁੰਦਾ ਹੈ। ਸ੍ਰੀ ਨਾਨਕ ਕੋ ਤਨ ਦਸਮ ਸਿੱਖਨ ਮਨ ਜਾਣਾ। ਤੇ ਸਿੱਖ ਕੀ ਜਾਣਦੇ ਆ? ਸਿੱਖ ਗੁਰੂ ਨਾਨਕ ਦਾ 10ਵਾਂ ਰੂਪ ਜਾਣਦੇ ਆ। ਸਿੱਖਾਂ ਦੀ ਇਹ ਸੋਚ ਹੈ ਵੀ 10 ਸਰੂਪ ਇੱਕੋ ਹੀ ਜੋਤ ਅਕਾਲ ਪੁਰਖ ਗੁਰੂ ਨਾਨਕ ਦੇਵ ਜੀ ਉਹੀ 10ਵੇਂ ਰੂਪ ਵਿੱਚ ਪ੍ਰਗਟ ਹੋਏ ਹਨ। ਪ੍ਰਜਾ ਲਗ ਹੈ ਰਾਜਾ ਮਹਾਪਾਲ ਹੈ ਬਿਦ ਨਾਨਾ। ਤੇ ਪ੍ਰਜਾ ਜਿਹੜੀ ਹੈ ਪਬਲਿਕ ਹੈ, ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਰਾਜਾ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਵੱਖਰੀ ਵੱਖਰੀ ਦ੍ਰਿਸ਼ਟੀ ਹੈ ਨਾ। ਜਿਵੇਂ ਇੱਕੋ ਹੀ ਬੰਦਾ ਹੁੰਦਾ, ਉਹ ਸਾਧ ਸੰਗਤ ਜੀ ਬੱਚਿਆਂ ਲਈ ਪਿਓ ਹੁੰਦਾ, ਭੈਣ ਲਈ ਭਰਾ ਹੁੰਦਾ, ਮਾਂ ਲਈ ਪੁੱਤਰ ਹੁੰਦਾ, ਚਾਚੇ ਲਈ ਭਤੀਜਾ ਹੁੰਦਾ, ਮਾਮੇ ਲਈ ਉਹ ਭਾਣਜਾ ਹੁੰਦਾ। ਬੰਦਾ ਇੱਕੋ ਹੀ ਹੁੰਦਾ, ਪਰਮੇਸ਼ਰ ਇੱਕੋ ਹੀ ਹੈ। ਭਗਤਾਂ ਦੀ ਜੈਸੀ ਜੈਸੀ ਦ੍ਰਿਸ਼ਟੀ ਹੈ, ਕੋਈ ਪਰਮੇਸ਼ਰ ਨੂੰ ਪਿਓ ਮੰਨਦਾ, ਕੋਈ ਪਰਮੇਸ਼ਰ ਨੂੰ ਆਪਣਾ ਗੁਰੂ ਮੰਨਦਾ ਹੈ, ਕੋਈ ਪਰਮੇਸ਼ਰ ਨੂੰ ਆਪਣਾ ਪਿਤਾ ਮੰਨਦਾ, ਕੋਈ ਇਹੋ ਜਿਹਾ ਵੀ ਹੁੰਦਾ ਕਹਿੰਦਾ ਪਰਮੇਸ਼ਰ ਮੇਰੇ ਘਰ ਪੁੱਤਰ ਬਣ ਕੇ ਜਨਮ ਲਵੇ, ਮੈਂ ਉਹਨੂੰ ਗੋਦੀ ਚੁੱਕਾਂ। ਜਿਵੇਂ ਬਾਬਾ ਕਾਲੂ ਜੀ ਸਨ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਿਤਾ ਜੀ, ਉਹ ਵੀ ਪਰਮੇਸ਼ਰ ਦੇ ਭਗਤ ਸਨ। ਉਹਨਾਂ ਦੇ ਘਰ ਪੁੱਤਰ ਬਣ ਕੇ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ। ਸੋ ਐਸੀ ਜੈਸੀ ਜੈਸੀ ਭਾਵਨਾ ਹੈ, ਵੈਸੇ ਵੈਸੇ ਸਰੂਪ 'ਚ ਮਹਾਰਾਜ ਦਰਸ਼ਨ ਦਿੰਦੇ ਨੇ। ਪ੍ਰਜਾ ਨੂੰ ਜਿਹੜੀ ਪਬਲਿਕ ਹੈ, ਉਹਨਾਂ ਨੂੰ 10ਵੇਂ ਪਾਤਸ਼ਾਹ ਰਾਜੇ ਲੱਗਦੇ ਨੇ ਵੀ ਇਹ ਸਾਡੀ ਚੰਗੇ ਤਰੀਕੇ ਨਾਲ ਪਾਲਣਾ ਕਰਨਗੇ। ਸੰਧਿਆ ਲਗ ਥਿਰ ਸਭਾ ਮਹਿ ਦਰਸ਼ਨ ਕੋ ਦੀਨਾ। ਸੰਧਿਆ ਤੱਕ ਦੀਵਾਨ ਲੱਗਾ ਰਿਹਾ ਤੇ ਦਰਸ਼ਨ ਸੰਗਤਾਂ ਨੂੰ ਦਿੰਦੇ ਰਹੇ। ਪੂਰੀ ਕਾਮਨਾ ਸਭਨ ਕੀ ਦੁਖਦਾਰ ਦੇਹੀਨਾ। ਸਭ ਦੀਆਂ ਮਨੋਕਾਮਨਾ ਪੂਰੀਆਂ ਕੀਤੀਆਂ, ਸਾਰਿਆਂ ਦੇ ਦੁੱਖ ਦਲਿੱਦਰ ਦੂਰ ਕੀਤੇ ਸਤਿਗੁਰੂ ਜੀ ਨੇ। ਸਿੰਘ ਪਵਰ ਉੱਠ ਕਰ ਚਲੇ ਸਭ ਬੰਧਨ ਠਾਨੀ। ਫਿਰ ਸਾਰੇ ਸਿੰਘ ਪੌੜ ਦੇ ਉੱਤੇ ਮਹਾਰਾਜ ਨੂੰ ਮੱਥਾ ਟੇਕ ਕੇ ਆਪਣੇ ਆਪਣੇ ਪੜਾਵਾਂ ਨੂੰ ਚਲੇ ਗਏ ਨੇ। ਪ੍ਰਵੇਸ਼ ਹੈ ਸੁੰਦਰ ਸਦਨ ਮਹਿ ਸਤਿਗੁਰੂ ਗੁਣ ਖਾਨੀ। ਤੇ ਸਤਿਗੁਰੂ ਰਾਤ ਨੂੰ ਆਰਾਮ ਕਰਨ ਲਈ ਆਪਣੇ ਮਹਿਲਾਂ 'ਚ ਜਾ ਬਿਰਾਜੇ ਨੇ। ਇਹ ਸਤਿਗੁਰੂ ਜੀ ਅਨੰਦਪੁਰ ਸਾਹਿਬ ਆਉਣ ਦੀ ਕਥਾ ਹੈ। ਪੌਂਟਾ ਸਾਹਿਬ ਤੋਂ ਵਾਪਸ ਆਏ, ਅਨੰਦਪੁਰ ਸਾਹਿਬ ਵਸਾਇਆ। ਆਪਣੀ ਬਾਣੀ 'ਚ ਇਉਂ ਲਿਖਦੇ ਨੇ, ਮਹਾਰਾਜ ਕਹਿੰਦੇ ਜੁਧ ਜੀਤ ਆਏ ਜਬੈ ਟਿਕੇ ਨ ਤਿੰਨ ਪੁਰ ਪਾਮ ਕਹਾ ਲੂਰ ਮੇ ਬਾਂਧਿਓ ਆਨ ਅਨੰਦਪੁਰ ਗਾਮ। ਇਸ ਦੀ ਬਚਿੱਤਰ ਨਾਟਕ ਦੇ ਵਿੱਚ ਭੰਗਾਣੀ ਦੇ ਜੰਗ ਤੋਂ ਬਾਅਦ ਮਹਾਰਾਜ ਨੇ ਪੰਕਤੀ ਲਿਖੀ ਹੈ ਕਿ ਵਾਪਸ ਅਸੀਂ ਇੱਥੇ ਆਪਣੀ ਪਾਵਨ ਧਰਤੀ ਅਨੰਦਪੁਰ ਸਾਹਿਬ ਆ ਕੇ ਇਹਨੂੰ ਆਬਾਦ ਕੀਤਾ ਸੀ। ਸੋ ਅੱਗੇ ਆਪਾਂ ਸਰਵਣ ਕਰਾਂਗੇ। ਸਤਿਗੁਰੂ ਜੀ ਦੇ ਬੇਅੰਤ ਕੌਤਕ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਹੇ ਗੋਬਿੰਦ ਹੇ ਗੋਪਾਲ।